ਉਹਦੇ ਤੋਂ ਬਾਅਦ ਫਰੈਸ਼ ਰਹਿਣਾ। ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਤੁਸੀਂ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਕੈਲੀਫੋਰਨੀਆ ਦੇ ਵਿੱਚ ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਇਮੀਗ੍ਰੇਸ਼ਨ ਅਸਿਸਟੈਂਸ ਚਾਹੀਦੀ ਹੈ ਤਾਂ ਸੇਖੋਂ ਇਮੀਗ੍ਰੇਸ਼ਨ ਸਰਵਿਸਿਜ਼, ਜਿਹੜੇ ਰਜਿਸਟਰਡ ਤੇ ਬਾਉਂਡਡ ਨੇ, ਗੁਰਸ਼ਰਨ ਸੇਖੋਂ ਹੋਰਾਂ ਨਾਲ 5102009988 ਤੇ ਕਾਲ ਕਰ ਸਕਦੇ ਹੋ। ਇਹ ਤੁਹਾਨੂੰ ਸਿਟੀਜ਼ਨਸ਼ਿਪ, ਵਰਕ ਪਰਮਿਟ, ਫੈਮਿਲੀ ਪਟੀਸ਼ਨਸ, OCI ਕਾਰਡ, ਇੰਡੀਅਨ ਪਾਸਪੋਰਟ, ਕੋਰਟ ਫਾਈਲਿੰਗ, ਨੋਟਰੀ ਪਬਲਿਕ ਤੇ ਐਮਰਜੈਂਸੀ ਵੀਜ਼ਾ ਦੇ ਵਿੱਚ ਮਦਦ ਕਰਦੇ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਕਿਸਾਨਾਂ ਦਾ ਕੀ ਰੌ ਨਜ਼ਰ ਆ ਰਿਹਾ ਹੈ? ਜੇਕਰ ਗੱਲ ਕਰੀਏ ਇੰਜ ਜੇ ਠੀਕ ਹੈ ਰੌਣਕ ਮੇਲਾ ਉੱਥੇ ਪੂਰਾ, ਪਰ ਜਿਵੇਂ ਕਿਹਾ ਜਾਂਦਾ ਕਿ ਹੁਣ ਸਰਕਾਰ ਜਮਾਂ ਛਾਪ ਲਈ ਬੈਠੀ ਹੈ ਤੇ ਇੱਧਰੋਂ ਵੀ ਕੋਈ ਬਾਹਲਾ ਪ੍ਰੈਸ਼ਰ ਨਹੀਂ ਬਣ ਰਿਹਾ। ਦੇਖੋ ਦਾਨੇਵਾਲੀਆ ਸਾਹਿਬ, ਪ੍ਰੈਸ਼ਰ ਤਾਂ ਬਣ ਰਿਹਾ। ਅੱਛਾ, ਅਸੀਂ ਇਹ ਨਹੀਂ ਕਹਿ ਸਕਦੇ ਕਿ ਪ੍ਰੈਸ਼ਰ ਨਹੀਂ ਬਣਦਾ। ਜੇ ਪ੍ਰੈਸ਼ਰ ਨਾ ਬਣਦਾ ਹੁੰਦਾ ਤਾਂ ਕੌਮਾਂਤਰੀ ਪੱਧਰ ਦੇ ਵਿਦਵਾਨ ਇਸ ਕਿਸਾਨ ਅੰਦੋਲਨ ਦਾ ਹਵਾਲਾ ਜ਼ਿਕਰ ਨਾ ਕਰਦੇ। ਆਪਾਂ ਚੁਮਸਕੀ ਸਾਹਿਬ ਦੀ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ ਸੀ। ਐਡਾ ਵੱਡਾ ਵਿਦਵਾਨ, 93 ਸਾਲ ਦੀ ਉਮਰ, ਜਿਹਨੇ ਅਣਗਿਣਤ ਕਿਤਾਬਾਂ ਲਿਖੀਆਂ ਹੋਣ, ਜਿਹੜਾ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ 'ਚ ਪੜ੍ਹਾਉਂਦਾ ਰਿਹਾ ਹੋਵੇ ਜੀ, ਤੇ ਉਹਨੇ ਇਸ ਕਿਸਾਨ ਅੰਦੋਲਨ ਦੀ ਜਦੋਂ ਨਿਸ਼ਾਨਦੇਹੀ ਕਰਦੇ ਕਿਹਾ ਤੇ ਉਹਨੇ ਕਿਹਾ ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਆਊਗਾ ਜੀ। ਇੱਕ ਹੁੰਦਾ ਪ੍ਰੈਜੈਂਟ, ਇੱਕ ਹੁੰਦਾ ਪਾਸਟ, ਇੱਕ ਹੁੰਦਾ ਫਿਊਚਰ। ਹੁਣ ਜਿਹੜਾ ਫਿਊਚਰ ਹੈ, ਇਸ ਪਾਸਟ ਦਾ ਅਸੀਂ
ਪ੍ਰੈਜੈਂਟ 'ਚ ਜਿਉ ਰਹੇ ਹਾਂ ਅਤੇ ਇਹਦਾ ਜਿਹੜਾ ਅਸਰ ਜਦੋਂ ਫਿਊਚਰ ਦੇ ਵਿੱਚ ਲਿਖਿਆ ਜਾਊ ਨਾ, ਅਤੇ ਉਦੋਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਮਾਣ ਕਰਿਆ ਕਰਨਗੀਆਂ। ਤੁਸੀਂ ਦੇਖੋ ਦੁਨੀਆ ਦੇ ਵਿੱਚ ਕਿੱਡੀ ਕੁ ਵੱਡੀ ਆਬਾਦੀ ਹੈ ਪੰਜਾਬੀਆਂ ਦੀ। ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਇਸ ਅੰਦੋਲਨ ਦੀ ਅਗਵਾਈ ਦੇ ਵਾਸਤੇ ਭਾਵੇਂ ਕਿ ਸੰਯੁਕਤ ਕਿਸਾਨ ਮੋਰਚਾ ਜੀ ਉਹ ਸਾਰੇ ਦੇਸ਼ ਦਾ, ਲੇਕਿਨ ਅਸਲ ਦੇ ਵਿੱਚ ਇਹਦੀ ਅਗਵਾਈ ਜਿਹੜੀ ਹੈਗੀ ਉਹ ਪੰਜਾਬੀਆਂ ਦੇ ਹੱਥਾਂ ਵਿੱਚ ਹੈ। ਤੇ ਮੈਨੂੰ ਬੜਾ ਫਖਰ ਹੁੰਦਾ ਜਦੋਂ ਕਈ ਵਾਰੀ ਇਹ ਸੁਣੀਦਾ ਹੈ ਕਿ ਕਿਸੇ ਸੂਬੇ ਦੇ ਵਿੱਚ ਕਿਸਾਨਾਂ ਨੇ ਮਹਾਂ ਪੰਚਾਇਤ ਕਰਨੀ ਹੈ ਤੇ ਉੱਥੋਂ ਦੇ ਜਦੋਂ ਪ੍ਰਬੰਧਕ ਜੀ ਜਾਂ ਉੱਥੋਂ ਦੇ ਲੀਡਰ ਤਿਆਰੀਆਂ ਕਰਦੇ ਹੈ ਤੇ ਕਿਸਾਨਾਂ ਵੱਲੋਂ ਆਮ ਕਿਹਾ ਜਾਂਦਾ ਅਰੇ ਭਾਈ ਐਸਾ ਕਰਨਾ, 2-4 ਪਗੜੀ ਵਾਲੇ ਸਰਦਾਰ ਜ਼ਰੂਰ ਆ ਜਾਣਾ ਜੀ, ਉਹਨਾਂ ਨੂੰ ਜ਼ਰੂਰ ਲੈ ਕੇ ਆਉਣਾ। ਇਹ ਇੱਕ ਬਹੁਤ ਵੱਡੀ ਗੱਲ ਹੋਊਗੀ, ਇਤਿਹਾਸ ਦੇ ਵਿੱਚ ਦਾ ਲਿਖਿਆ ਜਾਊ ਜੀ। ਲੇਕਿਨ ਕਿਉਂਕਿ ਜਿਹੜਾ ਇਸ ਕਿਸਮ ਦਾ ਅੰਦੋਲਨ ਹੁੰਦਾ, ਉਸ ਅੰਦੋਲਨ ਨੂੰ ਬਗਾਨਿਆਂ ਤੋਂ ਖਤਰਾ ਨਹੀਂ ਹੁੰਦਾ, ਆਪਣੇ ਤੋਂ ਹੀ ਹੁੰਦਾ, ਅੰਦਰਲਿਆਂ ਤੋਂ ਖਤਰਾ ਆਪਦਿਆਂ ਤੋਂ ਹੁੰਦਾ। ਕਿਉਂਕਿ ਵੱਡੀਆਂ ਜਿੰਨੀਆਂ ਤਬਦੀਲੀਆਂ ਨੇ, ਵੱਡੇ ਜਿੰਨੇ ਆਪਾਂ ਕ੍ਰਾਂਤੀਆਂ ਨੇ, ਉਹ ਕਹਿੰਦੇ ਬਾਹਰੋਂ ਨਹੀਂ ਦੱਬੀਆਂ ਗਈਆਂ, ਅੰਦਰੋਂ ਹੀ ਕਹਿੰਦੇ ਖੋਖਲੀਆਂ ਹੋ ਕੇ ਪਾਟ ਜਾਂਦੀਆਂ ਨੇ। ਸਰਕਾਰਾਂ ਜਦੋਂ ਇਹੋ ਜਿਹੇ ਮਾਮਲਿਆਂ ਨੂੰ ਨਜਿੱਠਦੀਆਂ ਨਾ, ਉਹਨਾਂ ਦੇ ਦੋ ਧਾਰੀ ਹਮਲੇ ਹੁੰਦੇ। ਇੱਕ ਹਮਲਾ ਹੁੰਦਾ ਸਰਕਾਰ ਦਾ ਬਾਹਰੋਂ, ਇੱਕ ਹੁੰਦਾ ਅੰਦਰੋਂ। ਹੁਣ ਜੇ ਆਪਾਂ ਦੇਖੀਏ ਜਿਸ ਵੇਲੇ ਇਹ ਅੰਦੋਲਨ ਸ਼ੁਰੂ ਹੋਇਆ ਸੀ ਜੀ, ਬਹੁਤੇ ਲੋਕ ਕਹਿੰਦੇ ਆ ਜੀ ਅੰਦੋਲਨ 7 ਮਹੀਨਿਆਂ ਦਾ ਹੋ ਗਿਆ। ਉਹ ਭੁਲੇਖੇ 'ਚ ਹੈ। 7 ਮਹੀਨੇ ਤਾਂ ਦਿੱਲੀ ਦੀਆਂ ਬਰੂਹਾਂ ਤੇ ਹੋ ਗਏ। ਵੈਸੇ ਅੰਦੋਲਨ ਚੱਲਦੇ ਨੂੰ 9 ਮਹੀਨੇ ਹੋ ਗਏ। 2 ਮਹੀਨੇ ਪਹਿਲਾਂ ਪੰਜਾਬ ਤੇ ਹਰਿਆਣਾ 'ਚ ਚੱਲਦਾ ਰਿਹਾ। ਪੰਜਾਬ 'ਚ ਹੀ ਚੱਲਦਾ ਸੀ, ਹਰਿਆਣਾ ਥੋੜਾ ਮੱਘਦਾ ਸੀ। 9 ਮਹੀਨਿਆਂ ਤੋਂ ਇਹ ਅੰਦੋਲਨ ਚੱਲ ਰਿਹਾ ਹੈ। ਔਰ ਇਹਨਾਂ 9 ਮਹੀਨਿਆਂ 'ਚ ਡੇ 1 ਤੋਂ ਲਾਓ ਤੁਸੀਂ, ਜਦੋਂ ਅੰਦੋਲਨ ਡੱਬ ਵਾਲੀ ਤੋਂ ਖਨੌਰੀ ਤੋਂ ਇਹਨਾਂ ਬਾਰਡਰਾਂ ਦੇ ਰਾਹੀਂ ਇੰਟਰ ਹੋਇਆ ਹਰਿਆਣਾ ਦੇ ਵਿੱਚ, ਤੇ ਉਸ ਵੇਲੇ ਤੁਸੀਂ ਦੇਖੋ ਕੀ ਨਹੀਂ ਕੀਤਾ ਸੀ ਜੀ। ਪਾਣੀ ਦੀਆਂ ਛਾੜਾਂ ਵੀ ਸਿੱਟੀਆਂ ਉੱਤੇ, ਲਾਠੀ ਚਾਰਜ ਵੀ ਕੀਤੇ, ਵੈਰੀਕੇਡਿੰਗ ਵੀ ਲਾਈ, ਫਿਰ ਟੋਏ ਵੀ ਪੱਟੇ ਸੜਕਾਂ ਦੇ ਵਿੱਚ, ਕੁਛ ਨਹੀਂ ਕੀਤਾ, ਮਤਲਬ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਇਹਦੇ ਬਾਵਜੂਦ ਕਿਸਾਨਾਂ ਦਾ ਹੌਸਲਾ ਜਿਹੜਾ ਬੁਲੰਦ ਸੀ ਤੇ ਉਸ ਸਿਰੇ ਤੱਕ ਪਹੁੰਚ ਗਏ ਸੀ। ਉੱਥੋਂ ਲਿਜਾ ਕੇ ਫਿਰ ਉਹਨਾਂ ਨੂੰ ਇੱਕ ਬਾੜੇ 'ਚ ਕੈਦ ਕਰਨ ਦਾ ਯਤਨ ਕੀਤਾ ਗਿਆ। ਉਹਨਾਂ ਨੇ ਕਿਹਾ ਨਹੀਂ, ਉਹਨਾਂ ਨੇ ਆਪਣਾ ਮਾਈਂਡ ਅਪਲਾਈ ਕੀਤਾ ਨਹੀਂ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਉਦੋਂ ਤੱਕ ਮੇਰਾ ਖਿਆਲ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਸਾਨੂੰ ਮਤਲਬ ਜਿਹੜੀ ਹੈ ਦਿੱਲੀ ਦੀਆਂ ਬਰੂਹਾਂ ਤੇ ਬੈਠਣਾ ਜ਼ਿਆਦਾ ਫਾਇਦੇਮੰਦ ਰਹੂਗਾ। ਇਹ ਜਿਹੜੀ ਹੈਗੀ ਹੈ ਲੋੜ ਕਾਢ ਦੀ ਮਾਂ ਹੈ। ਜਦੋਂ ਲੋੜ ਬਣ ਗਈ ਕਿ ਅਸੀਂ ਕੀ ਕਰਨਾ, ਤੇ ਜਿਸ ਕਿਸਮ ਦੀ ਹੁਣ ਉੱਥੇ ਉਹਨਾਂ ਨੇ ਨਾਕਾਬੰਦੀ ਕੀਤੀ ਹੋਈ ਹੈ, ਇਸ ਨਾਕਾਬੰਦੀ ਨੇ ਭਾਰਤ ਸਰਕਾਰ ਨੂੰ ਵਕਤ ਪਾਇਆ ਹੋਇਆ ਜੀ। ਤੁਸੀਂ ਇਹ ਦੇਖੋ, ਇਹਦਾ ਇਸੇ ਦਾ ਹੀ ਅਸਰ ਹੈ ਕਿ ਬੰਗਾਲ ਦੇ ਵਿੱਚ ਜਦੋਂ ਮਾਰ ਪੈ ਗਈ ਤੇ ਬੰਗਾਲ ਦੀ ਮਾਰ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਮਾਰ ਨਾ ਪਵੇ, ਯੂਪੀ ਦੇ ਵਿੱਚ ਮਾਰ ਨਾ ਪਵੇ, ਇਸ ਅੰਦੋਲਨ ਨੂੰ ਫੇਲ ਕੀਤਾ ਜਾਵੇ ਜੀ। ਪਹਿਲਾਂ ਤੁਸੀਂ ਉਦੋਂ ਦੇਖੋ ਜਦੋਂ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢਣੀ ਸੀ। ਉਹ ਟਰੈਕਟਰ ਜਿਹੜੀ ਰੈਲੀ ਹੈ ਉਹ ਕੋਈ ਆਮ ਰੈਲੀ ਨਹੀਂ ਸੀ ਜੀ। ਉਹ ਇੱਕ ਕਿਸਮ ਦੀਆਂ ਝਾਕੀਆਂ ਪੇਸ਼ ਕਰਨੀਆਂ ਸੀ ਕਿ ਅੰਦੋਲਨ ਕਿਹੋ ਜਿਹਾ। ਅੰਦੋਲਨ ਬਣਾਈਆਂ ਵੀ ਸੀ ਝਾਕੀਆਂ। ਹਾਂ, 26 ਜਨਵਰੀ ਨੂੰ ਜਿਹੜੀ ਹੈਗੀਆਂ ਸਰਕਾਰੀ ਝਾਕੀਆਂ ਦੇ ਪੈਰਲਲ ਉਹ ਝਾਕੀਆਂ ਕੱਢਣੀਆਂ ਸੀ। ਲੇਕਿਨ ਉਹਨਾਂ ਝਾਕੀਆਂ ਦੇ ਵਾਲੇ ਪਾਸਿਓਂ ਲੋਕਾਂ ਦਾ ਧਿਆਨ ਮੋੜਨ ਵਾਸਤੇ ਜੀ ਇੰਟਰਨੈਸ਼ਨਲ ਮੀਡੀਆ ਆਇਆ ਸੀ। ਇੰਟਰਨੈਸ਼ਨਲ ਮੀਡੀਆ ਦੇਖਣ ਵਾਸਤੇ ਆਇਆ ਸੀ ਕਿ ਇੱਕ ਨਵੀਂ ਕਿਸਮ ਦਾ ਜਿਹੜਾ ਹੈਗਾ ਤਜਰਬਾ ਹੋ ਰਿਹਾ ਭਾਰਤ 'ਚ। ਬਹੁ ਰਾਸ਼ਟਰੀ ਕੰਪਨੀਆਂ ਦੇ ਖਿਲਾਫ, ਕਾਰਪੋਰੇਟਰਾਂ ਦੇ ਖਿਲਾਫ ਇਹਨੂੰ ਆਪਾਂ ਕਵਰ ਕਰਨਾ ਹੈ। ਤੇ ਉਹਦੇ ਫਿਰ ਭਾਰਤ ਸਰਕਾਰ ਨੇ ਦੂਜਾ ਮਾਮਲਾ ਸ਼ੁਰੂ ਕਰਤਾ ਸੀ ਜੀ। ਜੇ ਪੁਲਿਸ ਵਾਲੇ ਲੋਕਾਂ ਨੂੰ ਪੁੱਠੇ ਰਾਹ ਪਾ ਰਹੇ ਸੀ, ਜਿਹੜਾ ਉਹਨਾਂ ਨੂੰ ਰੂਟ ਦਿੱਤਾ ਹੋਇਆ ਸੀ ਉਸ ਰੂਟ ਦੀ ਬਜਾਏ ਪੁੱਠੇ ਪਾਸੇ ਪਾ ਰਹੇ ਸੀ ਜੀ, ਤਾਂ ਕੁਝ ਇੱਕ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜਿਹੜੀ ਉਹਨਾਂ ਦੇ ਜਰ ਖਰੀਦ ਸੀ ਉਹ ਹੋ ਗਈ। ਕੁਝ ਇੱਕ ਲੋਕ ਜਿਹੜੇ ਹੈਗੇ ਸੀ ਉਹ ਕਿਸਾਨਾਂ ਦੇ ਹਤੈਸ਼ੀ, ਨੌਜਵਾਨਾਂ ਦੇ ਹਤੈਸ਼ੀ, ਪੰਜਾਬ ਦੇ ਹਤੈਸ਼ੀ, ਆਪਦੇ ਆਪ ਨੂੰ ਇਹ ਕਹਿ ਕੇ ਕਿ ਸਿਸਟਮ ਚੇਂਜ ਕਰਨਾ ਪੈਣਾ ਹੈ, ਇੱਥੇ ਮਤਲਬ ਕੋਈ ਕਿਰਪਾ ਹੋ ਗਈ। ਉਹ ਕਿਰਪਾ ਵਾਲੇ ਜਿਹੜੇ ਸੀਗੇ ਉਹ ਲਾਲ ਕਿਲੇ ਨੂੰ ਰਹਿ ਤੁਰੇ ਜੀ। ਤੇ ਲਾਲ ਕਿਲੇ ਨੂੰ ਲਿਜਾ ਕੇ ਜੋ ਕੁਛ ਉੱਥੇ ਹੋਇਆ ਕੀਤਾ, ਆਪਾਂ ਤਾਂ ਦਿੱਲੀ ਸੀ ਉਦੋਂ, ਆਪਾਂ ਇਹ ਦੇਖਿਆ ਤਾਂ ਭਲਾ ਹੋਵੇ ਕਿ ਲੋਕਾਂ ਨੂੰ ਸੁੱਧ ਬੁੱਧ ਸੀਗੀ ਜੀ, ਤੇ ਲੋਕ ਜਿਹੜੇ ਹੈਗੇ ਇੱਕ ਵਾਰੀ ਤਾਂ ਪਚਲਾਵੇ 'ਚ ਆ ਗਏ ਤੇ ਬਾਅਦ ਦੇ ਵਿੱਚੋਂ ਨਹੀਂ ਗਏ, ਤੇ ਜੇ ਕਿਤੇ ਦੂਜੇ ਪਾਸੇ ਨੂੰ ਲੈ ਕੇ ਤੁਰ ਪੈਂਦੇ ਤਾਂ ਫਿਰ ਤਾਂ ਉੱਥੇ ਬਹੁਤ ਵੱਡਾ ਨੁਕਸਾਨ ਹੋਣਾ ਸੀ। ਸੋ ਜੇ ਆਪਾਂ ਇਹ ਗੱਲ ਕਹੀਏ ਇਹ ਨਹੀਂ ਰੁਕਿਆ, ਤੇ ਹੁਣ ਉਹੀ ਕਾਰਨ ਹੈ ਕਿ ਹੁਣ ਜਿਹੜੀ ਇਹਨਾਂ ਨੇ ਰੂਪਰੇਖਾ ਤਿਆਰ ਕੀਤੀ ਹੈ ਨਾ, ਉਹ ਇੱਕ ਵੱਖਰੇ ਕਿਸਮ ਦੀ ਹੈ। 19 ਤਾਰੀਖ ਤੋਂ ਜੀ ਜਿਹੜਾ ਸ਼ੁਰੂ ਹੋ ਰਿਹਾ ਹੈ ਜੀ ਪਾਰਲੀਮੈਂਟ ਦਾ ਸੈਸ਼ਨ, ਔਰ ਇਹਨਾਂ ਨੇ ਫੈਸਲਾ ਕਰ ਲਿਆ ਕਿ ਉਸ ਦਿਨ ਤੋਂ ਹੀ ਅਸੀਂ ਉੱਥੇ ਪ੍ਰੋਟੈਸਟ ਕਰਾਂਗੇ ਜੀ। ਪ੍ਰੋਟੈਸਟ ਕਰਨ ਦਾ ਤਰੀਕਾ ਕੀ ਹੈ ਕਿ ਸਾਰੀਆਂ ਜਥੇਬੰਦੀਆਂ ਦੇ 5-5, 7-7 ਬੰਦੇ ਜਿਹੜੇ ਆ ਡੇਲੀ ਜਾਇਆ ਕਰਨਗੇ ਜੀ। ਉਹ ਜਾ ਕੇ ਉੱਥੇ ਪਿਕਟਿੰਗ ਕਰਿਆ ਕਰਨਗੇ, ਪਾਰਲੀਮੈਂਟ ਦੇ ਸਾਹਮਣੇ ਆਪਣੀ ਗ੍ਰਿਫਤਾਰੀ ਦਿਆ ਕਰਨਗੇ। ਅਟੈਂਸ਼ਨ ਜਿਹੜੀ ਹੈਗੀ ਹੈ ਲੋਕਾਂ ਦੀ ਖਿੱਚਣੀ ਹੈ। ਬਿਲਕੁਲ, ਉਦੋਂ ਬਿਨਾਂ ਤਾਂ ਗੱਲ ਨਹੀਂ ਉਹ ਤੋਂ ਬਾਅਦ ਨਹੀਂ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਜੇ ਅਸੀਂ ਵੱਡਾ ਮਾਰਚ ਕੱਢ ਲਿਆ ਫਿਰ ਤਾਂ ਪੰਗਾ ਪੈ ਜਾਊ, ਤਾਂ ਫਿਰ ਵਿੱਚ ਆ ਜਾਣਗੇ, ਫਿਰ ਇਹ ਉਸ ਕਿਸਮ ਦੀ ਗੱਲ ਕਰ ਲੈਣਗੇ, ਉਹ ਸਾਨੂੰ ਫਿਰ ਬਦਨਾਮ ਕਰਨ, ਉਹ ਸਾਨੂੰ ਬਦਨਾਮ ਨਾ ਕਰ ਸਕਣ। ਨਾਲ ਅਗਲੀ ਗੱਲ ਤਾਂ ਨਿਆਲੀਆ ਸਾਹਿਬ ਕੀਤੀ, ਜਿਹੜੀ ਬੜੀ ਕੰਮ ਦੀ ਗੱਲ ਕੀਤੀ ਜੀ। ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਇੱਕ ਚੇਤਾਵਨੀ ਲੈਟਰ ਦਿੱਤਾ, ਚੇਤਾਵਨੀ ਦਿੱਤਾ ਕਿ ਐਤਕੀ ਪਾਰਲੀਮੈਂਟ ਦਾ ਬਾਈਕਾਟ ਨਾ ਕਰਿਓ। ਅੱਛਾ ਜੀ।
ਆਮ ਤੌਰ ਦੇ ਉੱਤੇ ਹੁੰਦਾ ਜਦੋਂ ਤੁਸੀਂ ਬਾਈਕਾਟ ਕਰਦੇ ਹੋ, ਬਾਹਰ ਨਿਕਲੇ ਹੋਏ, ਬਾਈਕਾਟ ਕਰਨ ਨੂੰ, ਬਾਹਰ ਨਹੀਂ ਨਿਕਲਣਾ, ਰਹਿਣਾ ਅੰਦਰ ਹੈ। ਕਿਸਾਨਾਂ ਦੇ ਮੁੱਦਿਆਂ ਤੇ ਗੱਲ ਕਰਨੀ ਹੈ ਔਰ ਪਾਰਲੀਮੈਂਟ ਨੂੰ ਚੱਲਣ ਨਹੀਂ ਦੇਣਾ। ਕਿਸਾਨ ਮੁੱਦਿਆਂ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਜਿਹੜੀ ਹੈਗੀ ਉੱਥੇ ਆਪਦਾ ਤੁਸੀਂ ਬਸ ਗੂਠਾ ਦੱਬੀ ਰੱਖੋ, ਤੁਸੀਂ ਆਪਦਾ ਗੂਠਾ ਦੱਬੀ ਰੱਖੋ, ਉੱਥੇ ਜਾ ਕੇ ਦਿਓ ਜਵਾਬ ਇਹਨਾਂ ਦਾ, ਦਿਓ ਜਵਾਬ ਇਹਨਾਂ ਸਰਕਾਰ ਨੂੰ ਵਕਤ ਪਾ ਦਿਓ। ਤੇ ਜੇ ਕਹਿੰਦੇ ਤੁਸੀਂ ਨਾ ਕੀਤੀ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਵੀ ਫਿਰ ਉਹੀ ਕੁਝ ਹੋਊਗਾ ਜਿਹੜਾ ਹਰਿਆਣੇ ਵਾਲੇ ਮੁੱਖ ਮੰਤਰੀ ਨਾਲ ਹੋਈ ਦੁਸ਼ਯੰਤ ਸਿੰਘ ਚੌਟਾਲਾ ਨਾਲ ਜਾਂ ਪੰਜਾਬ ਦੇ ਵਿੱਚ ਹੁੰਦਾ। ਇਹਦੇ ਬਾਰੇ ਤੁਸੀਂ ਸੋਚ ਲਓ, ਇਹ ਗੱਲ ਕੋਈ ਛੋਟੀ ਨਹੀਂ, ਬਹੁਤ ਵੱਡੀ ਹੈ। ਅੱਗੇ ਆ ਗਿਆ ਜੀ, ਫਿਰ ਕਹਿੰਦੇ 8 ਤਾਰੀਖ ਵੀ ਆ ਰਹੀ ਹੈ, 8 ਅਗਸਤ। ਉਦੋਂ ਫਿਰ ਕਿਸਾਨਾਂ ਨੇ ਕਰ ਲਿਆ ਫਿਰ ਬਹੁਤ ਵੱਡਾ ਫੈਸਲਾ ਹੋ ਜੀ, ਕਿਉਂਕਿ ਤੁਹਾਨੂੰ ਪਤਾ ਵੀ ਲਗਾਤਾਰ ਜਿਵੇਂ ਕਹਿੰਦੇ ਨੇ ਅਮਰ ਵੇਲ ਵੱਧਦੀ ਹੁੰਦੀ ਹੈ, ਅਮਰ ਵੇਲ ਵਾਂਗੂ ਵੱਧਦੀ ਜਾਂਦੀ ਹੈ ਜੀ ਸਾਡੀ 8 ਜੁਲਾਈ ਅਗਸਤ ਕਹਿ ਕਹਿੰਦੇ 8 ਜਿਹੜੀ ਹੈਗੀ ਹੈ ਅਮਰ ਵੇਲ ਵਾਂਗੂ ਵੱਧਦੀ ਜਾਂਦੀ ਹੈ ਮਹਿੰਗਾਈ ਜੀ, ਤੇਲ ਦੀ ਵੀ ਤੇ ਦੂਜੀ ਸਾਰੀ ਜਿਹੜੀਆਂ ਖਾਣ ਪੀਣ ਵਾਲੀਆਂ ਵਸਤਾਂ। ਇਹਦੇ ਵਾਸਤੇ ਉਹਨਾਂ ਨੇ ਕਰਤਾ ਕਿ 8 ਜੁਲਾਈ ਨੂੰ ਇੱਕ ਦੇਸ਼ ਵਿਆਪੀ ਪ੍ਰਦਰਸ਼ਨ ਹੋਣਾ। ਅੱਛਾ ਜੀ। ਤੇ ਇਹ ਦੇਸ਼ ਵਿਆਪੀ ਪ੍ਰਦਰਸ਼ਨ ਕਿਹੋ ਜਿਹਾ ਜੀ? ਇਹ ਤੁਹਾਡੇ ਵਾਸਤੇ ਸਾਡੇ ਸਾਰਿਆਂ ਵਾਸਤੇ ਇੱਕ ਸੁਨੇਹਾ ਹੈ। ਜਿਹਦੇ ਕੋਲੇ ਟਰੈਕਟਰ ਆਪਦਾ ਟਰੈਕਟਰ ਲੈ ਕੇ ਆ ਜਾਓ, ਲਿੰਕ ਆਪਣਾ ਤੁਹਾਡਾ ਸਟੇਟ ਹਾਈਵੇ ਤੇ, ਜੇ ਤੁਹਾਡੇ ਕੋਲ ਦੀ ਨੈਸ਼ਨਲ ਹਾਈਵੇ ਚੱਲਦੀ ਹੈ ਤਾਂ ਉੱਥੇ ਲੈ ਕੇ ਆ ਸਾਰਾ ਕੁਝ, ਜਿਹੜਾ ਸਾਈਕਲ ਤੋਂ ਲੈ ਕੇ ਸਾਰਾ ਕੁਝ ਲੈ ਤੋਂ ਲੈ ਕੇ, ਜਿਹਦੇ ਕੋਲੇ ਬਾਈਕ ਹੈ, ਜਿਹਦੇ ਕੋਲੇ ਕਾਰ ਹੈ, 1 ਹੈ 2 ਆ, ਸਾਰੇ ਲੈ ਕੇ ਸੜਕਾਂ ਤੇ ਖੜੇ ਕਰ ਦਿਓ ਔਰ ਉੱਥੇ ਜਿਹੜੇ ਹੈਗੇ ਪਿੱਟ ਸਿਆਪਾ ਨਰਿੰਦਰ ਮੋਦੀ ਦਾ ਕਰੋ ਜੀ। ਮੇਰੀ ਯਾਦ ਆ ਰਿਹਾ ਕੱਲ ਕਈ ਚੀਜ਼ਾਂ ਨਾ ਸੋਸ਼ਲ ਮੀਡੀਆ ਦੇ ਉੱਤੇ, ਮੈਂ ਵੈਸੇ ਆਪਾਂ ਠੀਕ ਹੈ ਸੋਸ਼ਲ ਮੀਡੀਆ ਦੀ ਦੁਰਵਰਤੋਂ ਬਹੁਤ ਹੁੰਦੀ ਹੈ, ਲੇਕਿਨ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਪੁਰਾਣੀ ਜਿਹੜੀ ਹੈਗੀ ਹੈ ਤਸਵੀਰ ਆਈ ਜੀ। ਉਦੋਂ ਮੇਰੇ ਖਿਆਲ 7 ਪੈਸੇ ਪੈਟਰੋਲ ਵਧਿਆ ਸੀ। ਹਾਂਜੀ, ਕੁਝ ਪੈਸੇ ਵਧਿਆ ਸੀ। ਉਹ ਵੀਡੀਓ ਅਟਲ ਬਿਹਾਰੀ ਵਾਜਪਾਈ ਜਦੋਂ ਗੱਡੇ ਤੇ ਚੜ੍ਹੇ ਫਿਰਦਾ ਸੀ, ਠੀਕ ਹੈ। ਔਰ ਉਹ ਜਿਹੜੀ ਹੈਗੀ ਉਹ ਕਹਿੰਦੇ ਵੀ ਉਦੋਂ ਤਾਂ ਜਿਹੜੇ ਕੁਝ ਪੈਸੇ ਵਧੇ ਸੀਗੇ ਤੇ ਇਹ ਕੁਝ ਹੋਇਆ ਸੀ, ਤੇ ਹੁਣ ਪੈਸੇ ਨਹੀਂ, ਹੁਣ ਤਾਂ ਨਾਲ ਦੀ ਰੁਪਈਏ ਵਧਦੇ ਇਸ ਵੇਲੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ 100 ਰੁਪਏ ਦੇ ਕਰੀਬ ਹੋ ਗਿਆ। ਬਿਲਕੁਲ ਟੱਪ ਗਿਆ ਜੀ, ਟੱਪ ਗਿਆ। ਇਸ ਕਰਕੇ ਪੰਜਾਬ ਲਗਭਗ ਸਭ ਤੋਂ ਘੱਟ ਹੈ ਜੀ, 100 ਰੁਪਏ ਪੈਟਰੋਲ ਟੱਪ ਗਿਆ ਬਸ। ਹਾਂ, ਚੰਡੀਗੜ੍ਹ ਰਹਿ ਗਿਆ ਥੋੜਾ ਮੋਟਾ, ਹਾਂ ਥੋੜਾ ਬਹੁਤਾ 100 ਰੁਪਏ ਤੱਕ ਤੇ ਡੀਜ਼ਲ ਤੇ ਪੈਟਰੋਲ ਜਿਹੜਾ ਹੈਗਾ ਬਰਾਬਰ ਆਉਣ ਵਾਲੀ ਗੱਲ ਹੋਈ। ਇਹ ਵੀ ਇਹਨਾਂ ਨੇ ਜਿਹੜੀ ਹੈਗੀ ਬਹੁਤ ਵਧੀਆ ਤਰੀਕਾ ਕਰ ਇਹ ਗੱਲ ਕੀਤੀ ਹੈ। ਤੇ ਨਾਲ ਹੀ ਫਿਰ ਇਹਨਾਂ ਨੇ ਕਹਿੰਦੇ 22 ਨੂੰ ਫਿਰ ਸੰਸਦ ਵਾਲੇ ਪਾਸੇ ਮਾਰਚ ਵੀ ਕਰਾਂਗੇ ਜੀ। ਉਹ ਮਾਰਚ ਮੇਰਾ ਖਿਆਲ ਜਿਹੜਾ ਪੀਸਫੁਲ ਮਾਰਚ ਹੋਊਗਾ ਇਸ ਢੰਗ ਦੇ ਨਾਲ ਕਿ ਜਿਵੇਂ ਪਹਿਲਾਂ ਇੱਕ ਵਾਰੀ ਆਇਆ ਸੀਗਾ ਕਿ ਇਹਨਾਂ ਦੇ ਹੱਥ ਪੈਰ ਜਿਹੜੇ ਹੈਗੇ ਇੱਕ ਦੂਜੇ ਤੇ ਤੁਸੀਂ ਬੰਨ੍ਹ ਲਓ। ਔਰ ਨਾਲ ਹੀ ਰਾਜੇਵਾਲ ਨੇ ਫਿਰ ਇਹ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਜੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਿਸਾਨ ਅੰਦੋਲਨ ਨੂੰ ਇਗਨੋਰ ਨਾ ਕਰ ਦਿਓ ਕਿਤੇ। ਅੱਛਾ ਜੀ। ਜੇ ਤੁਸੀਂ ਇਗਨੋਰ ਕਰਨ ਦੀ ਗੱਲ ਕੀਤੀ, ਖੇਡ ਖਰਾਬ ਕਰਨ ਦੀ ਗੱਲ ਕੀਤੀ, ਤਾਂ ਖੇਡ ਤੁਹਾਡੀ ਵੀ ਖਰਾਬ ਹੋ ਜਾਣੀ ਹੈ। ਰਕੇਸ਼ ਟਕੈਤ ਨੇ ਦਿੱਤੇ ਗੱਲ ਕਹੀ ਹੈ। ਰਕੇਸ਼ ਟਕੈਤ ਕਹਿੰਦਾ ਵੀ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਹੈ ਨਾ ਜੀ ਕਿ ਆ ਜਾਓ ਅਸੀਂ ਗੱਲਬਾਤ ਨੂੰ ਤਿਆਰ ਹਾਂ, ਪਰ ਸ਼ਰਤ ਨਾਲ ਗੱਲਬਾਤ ਨਹੀਂ ਹੋਊਗੀ ਜੀ। ਹੁਣ ਦਾਨੇਵਾਲੀਆ ਸਾਹਿਬ ਜਿਹੜੀ ਸ਼ਰਤ ਵਾਲੀ ਗੱਲਬਾਤ ਆ, ਤੁਸੀਂ ਦੇਖੋ ਜਦੋਂ ਤੁਸੀਂ ਮੈਨੂੰ ਕਹੋ ਵੀ ਜੇ ਤੂੰ ਆਉਣਾ ਤਾਂ ਆ ਜੀ, ਪਰ ਪੈਦਲ ਤੁਰ ਕੇ ਆਈ, ਤੇ ਜੇ ਤੂੰ ਕਾਸੇ ਤੇ ਹੋਰ ਚੜ ਕੇ ਮੈਂ 10 ਕਿਲੋਮੀਟਰ ਤੋਂ ਆਉਣਾ, ਮੈਂ ਕਿਵੇਂ ਆਊਂਗਾ? ਨਹੀਂ ਆਇਆ ਜਾਂਦਾ। ਠੀਕ ਹੈ। ਤੇ ਜਦੋਂ ਮੇਰੇ ਤੇ ਪੈਦਲ ਤੁਰਨ ਦੀ ਲਾਤੀ, ਤੇ ਜੇ ਮੈਂ ਆਊਂਗਾ ਵੀ ਤੇ ਜਿਹੜੇ 4 ਮੇਰੇ ਸ਼ੁਭਚਿੰਤਕ ਹੋਣਗੇ ਉਹ ਕਹਿਣਗੇ ਵੀ ਐਡਾ ਬੇਵਕੂਫ ਬੰਦਾ ਕੌਣ ਹੈ ਜਿਹੜਾ ਪੈਦਲ ਤੁਰ ਕੇ ਜਾਂਦਾ। ਹੁਣ ਜੇ ਇਹਨਾਂ ਨੇ ਕਹਿੰਦਾ ਵੀ ਬਗੈਰ ਸ਼ਰਤ ਤੋਂ ਅੱਜ ਤੁਸੀਂ ਗੱਲ ਕਰ ਲਓ, ਸ਼ਰਤ ਲਾਤੀ ਵੀ ਕੋਈ ਸ਼ਰਤ ਕੋਈ ਨਹੀਂ ਮੰਨੂਗਾ, ਸ਼ਰਤ ਨਹੀਂ, ਫਿਰ ਕੀ ਫਾਇਦਾ ਕੀ ਹੈ? ਤੁਸੀਂ ਜਾ ਕੇ ਉਹ ਗੱਲ ਕਰਨਗੇ ਤਾਂ ਉਹ ਗੱਲ ਦਾ ਬਣੂਗਾ ਫਿਰ ਉਹਨੇ ਹੈ ਹੀ ਬੇਤੁਕੀ ਗੱਲ। ਬੇਤੁਕੀ ਆਮ ਤੌਰ ਤੇ ਕੀ ਹੁੰਦੀ ਹੈ ਕਿ ਆਓ ਆਪਾਂ ਗੱਲਬਾਤ ਕਰਦੇ ਹਾਂ। ਗੱਲਬਾਤ ਦੇ ਵਿੱਚ ਜਿਹੜੀ ਹੁੰਦੀ ਹੈ ਉੱਥੇ ਤੁਸੀਂ ਦੋਵੇਂ ਤਰ੍ਹਾਂ ਦਲੀਲਾਂ ਦਿੰਦੀਆਂ, ਨਹੀਂ ਮੰਨਿਆ ਨਾ ਮੰਨੋ, ਪਰ ਇਹ ਹੈ ਕਿ ਤੁਸੀਂ ਨਹੀਂ ਬੋਲਣਾ, ਬੋਲਾਂਗੇ ਅਸੀਂ ਬਈ ਤੁਸੀਂ ਉਹਦਾ ਤੁਸੀਂ ਫਿਰ ਮਨ ਕੀ ਬਾਤ ਰੇਡੀਓ ਤੇ ਕਰੀ ਜਾਂਦੇ ਹੋ। ਤੁਸੀਂ ਆਹ ਗੱਲ ਨਹੀਂ ਕਰਨੀ, ਤੁਸੀਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਲੀ ਗੱਲ ਨਹੀਂ ਕਰਨੀ ਤੇ ਆ ਜਾਓ। ਤੇ ਫਿਰ ਉਹਨਾਂ ਨੇ ਲੈਣ ਕੀ ਹੋਣਾ। ਇਸ ਕਰਕੇ ਅੰਦੋਲਨ ਜਿਹੜਾ ਹੈਗਾ ਬਿਲਕੁਲ ਪੱਕੇ ਪੈਰੀਂ ਚੱਲ ਰਿਹਾ, ਬਹੁਤ ਵਧੀਆ ਚੱਲ ਰਿਹਾ ਹੈ। ਔਰ ਅੰਦੋਲਨ ਇਸ ਵੇਲੇ ਜਿਹੜਾ ਹੈਗਾ ਪੂਰੀਆਂ ਸਿਖਰਾਂ ਵਾਲੇ ਪਾਸੇ ਨੂੰ ਵੱਧ ਰਿਹਾ। ਲੀਡਰਸ਼ਿਪ ਜਿਹੜੀ ਇੰਨੀ ਸਿਆਣੀ ਹੈਗੀ ਹੈ ਕਿ ਲੀਡਰਸ਼ਿਪ ਨੇ ਜਿਹੜਾ ਇਸ ਅੰਦੋਲਨ ਦੀ ਸੰਸਾਰ ਪੱਧਰ ਦੇ ਉੱਤੇ ਜਿਹੜੀ ਮਹਾਨਤਾ ਬਣੀ ਆ, ਉਹਦੇ ਵਿੱਚ ਲੀਡਰਸ਼ਿਪ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਤੇ ਆਪਾਂ ਉਮੀਦ ਕਰਦੇ ਹਾਂ ਕਿ ਇਹ ਮਹਾਨਤਾ ਜਿਹੜੀ ਹੈ ਬਰਕਰਾਰ ਰਹੂਗੀ ਜੀ। ਤੇ ਉਧਰ ਢਿੱਲੋਂ ਸਾਹਿਬ ਜੇਕਰ ਆਪਾਂ ਗੱਲ ਕਰੀਏ ਤਾਂ ਚੌਟਾਲਾ ਸਾਹਿਬ ਬਾਹਰ ਆ ਗਏ ਆ। ਹੁਣ ਚੌਟਾਲਾ ਸਾਹਿਬ ਦੀ ਗੱਲ ਕਰੀਏ, ਚਲੋ ਆਰਾਮ ਰੂਮ ਕਰ ਲਿਆ ਉਹਨਾਂ ਨੇ, ਸਾਰਾ ਕੁਝ ਹੋ ਗਿਆ। ਹੁਣ ਇਸ ਤੋਂ ਬਾਅਦ ਦੇਖਦੇ ਕਿ ਕੀ ਅਸਰ ਹੋਊਗਾ। ਦੇਖੋ ਹਰਿਆਣੇ ਦੀ ਸਿਆਸਤ ਤੇ ਤਾਂ ਅਸਰ ਪੈਣਾ ਲਾਜ਼ਮੀ ਹੈ, ਕੇਂਦਰ ਦੀ ਸਿਆਸਤ ਤੇ ਪਲੱਸ ਕਿਸਾਨ ਅੰਦੋਲਨ ਕਹਿੰਦੇ ਕੁੱਲ ਮਿਲਾ ਕੇ ਸਾਰੀਆਂ ਗੱਲਾਂ ਕਰ ਲਈ, ਉਹਨਾਂ ਦੇ ਬਾਹਰ ਆਉਣ ਦਾ ਕੀ ਅਸਰ ਪ੍ਰਭਾਵ ਪੈ ਸਕਦਾ ਰਾਜਨੀਤਿਕ? ਦੇਖੋ ਬੰਦੇ 2 ਆ ਗਏ ਬਾਹਰ। ਚੌਟਾਲਾ ਸਾਹਿਬ ਨੇ ਤਾਂ ਆਪਣੇ 9.5 ਸਾਲ ਸਜ਼ਾ ਕਰ ਲਈ ਪੂਰੀ। 10 ਸਾਲ ਦੀ ਕੈਦ ਹੋਈ ਸੀ, 9.5 ਸਾਲ ਕੱਟ ਕੇ ਉਹ ਬਾਹਰ ਆ ਗਏ। ਕੁਝ
ਵੈਸੇ ਤਾਂ ਜਿਹੜੀ ਹੈਗੀ ਆਰਾਮ ਤੋਂ ਪਹਿਲਾਂ ਹੀ ਕਰ ਰਹੇ ਸੀ, ਕਿਉਂਕਿ ਪਹਿਲਾਂ ਕੁਝ ਬਿਮਾਰ ਸੀਗੇ, ਉਦੋਂ ਉਹ ਇੱਕ ਵੱਡੇ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਸੀ। ਫਿਰ ਸਰਕਾਰ ਨੇ ਕਰਤਾ ਸੀ ਆ ਕਰੋਨਾ ਦੀ ਵਜ੍ਹਾ ਕਾਰਨ ਕਿ ਜਿਹੜੀ ਵੱਡੀ ਉਮਰ ਦੇ ਬੰਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਾ ਰੱਖਿਆ ਜਾਵੇ, ਉਹਨਾਂ ਨੂੰ ਪੈਰੋਲ ਦੇ ਦਿਓ, ਪੈਰੋਲ ਦੇ ਉੱਤੇ ਬਾਹਰ ਆ ਗਏ ਸੀ। ਤੇ ਹੁਣ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਸੀ। ਜੇਲ੍ਹ ਦੇ ਵਿੱਚ ਤਾਂ ਸਿਰਫ ਉਹ ਗਏ ਹੈ, ਜਾ ਕੇ ਉੱਥੇ ਦਸਤਖਤ ਅੰਗੂਠੇ ਕਰਕੇ ਤੇ ਆਪ ਦਾ ਵਾਪਸ ਆ ਗਏ। ਲੇਕਿਨ ਹੁਣ ਜਿਹੜਾ ਇੱਕ ਖਤਰਾ ਹੁੰਦਾ ਸੀ ਨਾ ਅੱਗੇ 24 ਘੰਟੇ ਵੀ ਜੇਲ੍ਹ ਜਾਣਾ ਪੈ ਸਕਦਾ, ਜਾਂ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਬੋਲਦੇ ਸੀ ਤੇ ਉਦੋਂ ਕੰਡੀਸ਼ਨਾਂ ਲੱਗ ਜਾਂਦੀਆਂ ਸੀ ਕਿ ਤੁਸੀਂ ਸਿਆਸੀ ਗੱਲਾਂ ਕਿਉਂ ਕਰਦੇ, ਉਹ ਉਹਨਾਂ ਦਾ ਜਿਹੜਾ ਹੈਗਾ ਪ੍ਰਭਾਵ ਚੱਕਿਆ ਗਿਆ। ਇਹਦੇ ਨਾਲ ਹੀ ਇੱਕ ਬੰਦਾ ਹੋਰ ਵੀ ਆਇਆ ਜੇਲ੍ਹ ਦੇ ਵਿੱਚੋਂ, ਉਹ ਬੰਦੇ ਦਾ ਨਾਂ ਲਾਲੂ ਪ੍ਰਸਾਦ ਯਾਦਵ। ਅੱਛਾ, ਉਹ ਵੀ ਆ ਗਿਆ। ਉਹ ਆਇਆ ਜ਼ਮਾਨਤ ਤੇ ਇਤਫਾਕ ਇਹ ਦੇਖੋ ਕਿ ਅੱਜ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦਾ ਜਿਹੜਾ ਹੈਗਾ 25 ਸਾਲ ਹੋ ਗਏ ਜਨਮ ਹੋਏ ਨੂੰ। ਅੱਛਾ ਜੀ। 25 ਸਾਲ ਪਹਿਲਾਂ ਉਹਨੇ ਇਹ ਜਿਹੜੀ ਜਨਤਾ ਦਲ ਦੇ ਵਿੱਚੋਂ ਨਿਕਲ ਕੇ ਰਾਸ਼ਟਰੀ ਜਨਤਾ ਦਲ ਪਾਰਟੀ ਬਣਾਈ ਸੀ, ਤੇ 25 ਸਾਲਾਂ ਦੇ ਵਿੱਚੋਂ 15 ਸਾਲ ਉਹ ਰਾਜ ਭਾਗ ਦੇ ਵਿੱਚ ਬਰਕਰਾਰ ਰਿਹਾ। ਤੇ ਉਹਨਾਂ 15 ਸਾਲਾਂ ਦੇ ਵਿੱਚ ਕੀ ਕੁਛ ਕੀਤਾ, ਆ ਜਿਹੜੇ ਹੈਗੇ 10 ਸਾਲ ਉਹਨਾਂ ਦੇ ਬਾਹਰ ਚਲੇ ਗਏ। ਇਹਦੇ ਵਿੱਚ ਉਹਨੇ ਜਦੋਂ ਉਹਨੂੰ ਪੁੱਛਿਆ ਵੀ ਤੁਸੀਂ ਦੱਸੋ ਜੀ ਇਹਦੇ ਬਾਰੇ ਕੀ ਕਹੋਗੇ, ਤੁਹਾਡਾ ਕੀ ਹਿਸਾਬ ਕਿਤਾਬ ਹੈ, ਤੇ ਫਿਰ ਉਹਨੇ ਗੱਲ ਕਹੀ, ਕਹਿੰਦੇ ਜੀ ਤੁਸੀਂ ਮਾਰਗਦਰਸ਼ਕ ਬਣੋਗੇ ਕਿ ਕੀ ਬਣੋਗੇ। ਤੇ ਲਾਲੂ ਪ੍ਰਸਾਦ ਯਾਦਵ ਦਾ ਕੰਮ ਸੀ, ਕਹਿੰਦਾ ਮਾਰਗਦਰਸ਼ਕ ਦਾ ਤੋਂ ਉਹ ਅੱਧੀਆਂ ਜੀਆਂ ਪੈਂਟਾਂ ਵਾਲੇ ਹੁੰਦੇ। ਸਿਆਸਤਦਾਨ ਕਹਿੰਦਾ ਕਦੇ ਰਿਟਾਇਰ ਹੀ ਨਹੀਂ ਹੁੰਦਾ। ਗੱਲ ਵੀ ਸਿਆਣੀ ਹੈ। ਪੱਤਰਕਾਰ ਤੇ ਸਿਆਸਤਦਾਨ ਦੋ ਇਹੋ ਜਿਹੇ ਬੰਦੇ ਜਿਹੜੇ ਰਿਟਾਇਰ ਨਹੀਂ ਹੁੰਦੇ। ਕਹਿੰਦਾ ਕਦੇ ਰਿਟਾਇਰ ਹੀ ਨਹੀਂ ਹੁੰਦੇ। ਅਗਲੀ ਗੱਲ ਉਹਨੇ ਕਹੀ, ਉਹ ਕਹਿੰਦਾ ਵੀ ਸਿਆਸਤ ਦਾ ਮਤਲਬ ਇਹ ਨਹੀਂ ਕਿ ਤੁਸੀਂ ਚੋਣ ਹੀ ਲੜਨੀ। ਸਿਆਸਤਦਾਨ ਵੀ ਸਿਆਸਤ ਤਾਂ ਹੀ ਕਰੂਗਾ ਵੀ ਉਹਨੇ ਚੋਣ ਲੜਨੀ ਹੈ, ਚੋਣ ਲੜਨ ਦੀ ਉਹਨੂੰ ਕੋਈ ਲੋੜ ਨਹੀਂ। MP ਜਾਂ MLA ਬਣਨਾ ਕੋਈ ਜ਼ਰੂਰੀ ਨਹੀਂ। ਉਹ ਕਿੰਗ ਮੇਕਰ ਵੀ ਹੋ ਸਕਦਾ ਹੈ, ਉਹ ਰਾਜ ਕਰਦੀ ਪਾਰਟੀ ਦਾ ਕੁਝ ਵੀ ਹੋ ਸਕਦਾ ਹੈ। ਭਾਰਤ ਦੇ ਵਿੱਚ ਇੱਕ ਨਾਂ ਹੁੰਦਾ ਸੀ ਹਰਕਿਸ਼ਨ ਸਿੰਘ ਸੁਰਜੀਤ। ਹਰਕਿਸ਼ਨ ਸਿੰਘ ਸੁਰਜੀਤ ਕਹਿੰਦੇ ਕਿਤੇ ਪਹਿਲਾਂ ਇੱਕ ਅੱਧੀ ਵਾਰੀ MLA ਬਣ ਗਿਆ ਸੀ, ਕਰੀ ਉਹ ਰਾਜ ਸਭਾ ਦਾ ਮੈਂਬਰ ਬਣ ਗਿਆ ਸੀ, ਲੇਕਿਨ ਸਰਕਾਰ ਦੇ ਵਿੱਚ ਉਹ ਕਦੇ ਵੀ ਨਹੀਂ ਸੀ। ਨਾ ਕੋਈ ਸੰਤਰੀ, ਨਾ ਕੋਈ ਮੰਤਰੀ, ਨਾ ਲੈਣ ਨਾ ਦੇਣ, ਲੇਕਿਨ ਸਰਕਾਰਾਂ ਬਣਾਉਂਦਾ ਹੁੰਦਾ ਸੀ। ਪੰਜਾਬ ਦੇ ਵਿੱਚ ਜਿਹੜੀ ਪਹਿਲੀ ਸਰਕਾਰ ਬਣੀ ਸੀ 1967 ਦੇ ਵਿੱਚ, ਸਾਂਝੇ ਮੋਰਚੇ ਦੀ ਸਰਕਾਰ, ਜਿਹਦੀ ਅਗਵਾਈ ਅਕਾਲੀ ਕਰਦੇ ਸੀ, ਤੇ ਉਹਦੇ ਵਿੱਚ ਜਨ ਸੰਘੀ ਵੀ ਸੀਗੇ ਤੇ ਕਾਮਰੇਡ ਵੀ ਸੀ। ਉਸ ਜਿਹੜੀ ਹੈਗੇ ਉਸ ਜਿਹੜਾ ਸਾਂਝਾ ਮੋਰਚਾ ਸੀ, ਸਾਂਝੇ ਮੋਰਚੇ ਦਾ ਕਨਵੀਨਰ ਹਰਕਿਸ਼ਨ ਸਿੰਘ ਸੁਰਜੀਤ ਹੁੰਦਾ ਸੀ। ਤੇ ਜੇ ਉਹਦੀ ਪਾਰਟੀ ਦੀ ਆਪਾਂ ਦੇਖੀਏ ਸਟਰੈਂਥ ਕਿੰਨੀ ਕਾ ਪੰਜਾਬ ਦੇ ਵਿੱਚ, ਉਦੋਂ ਵੀ ਕੋਈ ਖਾਸ ਨਹੀਂ, ਤੇ ਅੱਜ ਤੱਕ ਚਲੋ ਖੈਰ ਹੁਣ ਤਾਂ ਉਹਨਾਂ ਦੇ ਹਾਲਾਤ ਹੀ ਨਹੀਂ ਹੋ ਰਹੇ, ਹਾਲਾਤ ਹੀ ਉਲਟ ਹੋ ਗਏ, ਹੁਣ ਤਾਂ ਹੋਰ ਵੀ ਬਹੁਤ ਮਾੜੀ ਸਥਿਤੀ ਹੈ। ਸੋ ਇਹ ਲੋਕ ਉਹ ਹੁੰਦੇ ਆ ਜਿਹੜੇ ਮਤਲਬ ਇਲੈਕਸ਼ਨ ਲੜੇ ਤੋਂ ਬਗੈਰ ਵੀ ਕੁਝ ਕਰ ਸਕਦੇ ਆ। ਹੁਣ ਚੌਟਾਲਾ ਸਾਹਿਬ ਆ ਗਏ ਬਾਹਰ, ਤੇ ਤੁਹਾਡੇ ਯਾਦ ਹੋਣਾ ਇੱਕ ਇਤਫਾਕਨ ਗੱਲ ਹੋਈ ਸੀ ਕਿ ਚੌਟਾਲਾ ਸਾਹਿਬ ਦਾ ਜਿਹੜਾ ਹਲਕਾ ਹੈ ਉਹਦਾ ਨਾਂ ਐਲਨਾਬਾਦ। ਚੌਟਾਲਾ ਸਾਹਿਬ ਜੇਲ੍ਹ ਦੇ ਵਿੱਚ ਸੀ। ਐਲਨਾਬਾਦ ਤੋਂ ਉਹਨਾਂ ਦੇ ਬੇਟੇ ਅਬੇ ਸਿੰਘ ਚੌਟਾਲਾ ਨੇ ਚੋਣ ਲੜੀ ਸੀ। ਉਹ ਵਿੱਚ ਰਿਜ਼ਾਈਨ ਕਰ ਗਿਆ ਵਿੱਚੋਂ। ਉਹ ਕਿਸਾਨੀ ਮੁੱਦਿਆਂ ਨੂੰ ਲੈ ਕੇ, ਕਾਲੇ ਕਾਨੂੰਨਾਂ ਨੂੰ ਲੈ ਕੇ ਜਿੱਤਿਆ, ਉਹ ਇਕੱਲਾ ਹੀ ਸੀ, ਤੇ ਉਹਨੇ ਰਿਜ਼ਾਈਨ ਕਰਤਾ। ਤੇ ਰਿਜ਼ਾਈਨ ਕਰਨ ਦਾ ਮਕਸਦ ਇਹ ਵੀ ਸੀ ਕਿਉਂਕਿ ਚੌਟਾਲਾ ਸਾਹਿਬ ਦੀ ਆਪਦੀ ਪਾਰਟੀ ਹੈ ਜਿਹੜੀ ਉਹ ਟੁੱਟ ਗਈ ਸੀ। ਕਿਉਂਕਿ ਚੌਟਾਲਾ ਸਾਹਿਬ ਆਪ ਓਮ ਪ੍ਰਕਾਸ਼ ਤੇ ਇਹਨਾਂ ਦਾ ਵੱਡਾ ਬੇਟਾ ਅਜੇ ਸਿੰਘ, ਇਹਨਾਂ ਨੂੰ 10 ਸਾਲ ਦੀ ਕੈਦ ਹੋਈ ਸੀ, ਜੇਲ੍ਹ ਦੇ ਵਿੱਚ ਸੀ। ਥੱਲੇ ਮਗਰ ਜਿਹੜੇ ਹੈਗੇ ਆ ਚਾਚਿਆਂ ਭਤੀਜਿਆਂ ਦਾ ਆਪਸ ਵਿੱਚ ਜਿਹੜਾ ਹੈਗਾ ਕਰੂਰਾ ਰਲਿਆ ਨਹੀਂ ਹੈ। ਤੇ ਜਿਹੜੇ ਦੋ ਭਤੀਜੇ ਸੀ ਦੁਸ਼ਯੰਤ ਸਿੰਘ ਤੇ ਇੱਕ ਹੋਰ ਉਹਨਾਂ ਨੇ ਦੋਨਾਂ ਨੇ ਦਿਗਵਿਜੇ ਸਿੰਘ, ਉਹਨਾਂ ਨੇ ਦੋਨਾਂ ਨੇ ਮਿਲ ਕੇ ਆਪਦੀ ਅਲੱਗ ਪਾਰਟੀ ਬਣਾ ਲਈ ਸੀ। ਉਹਨਾਂ ਨੇ ਅਲੱਗ ਪਾਰਟੀ ਬਣਾ ਕੇ ਉਹਨਾਂ ਦੇ 10 MLA ਬਣ ਗਏ, ਤੇ ਉਹ ਇਸ ਵੇਲੇ ਕੋਲੀਸ਼ਨ ਦੇ ਵਿੱਚ ਹੈ ਇਹਨਾਂ ਵਾਲੀ ਪਾਰਟੀ BJP ਵਾਲੇ ਨਾਲ। ਹੁਣ ਕਿਉਂਕਿ ਅਬੇ ਸਿੰਘ ਚੌਟਾਲਾ ਇਕੱਲਾ ਸੀ, ਤੇ ਇਕੱਲੇ ਨੂੰ ਪਤਾ ਵੀ ਇੱਥੇ ਕੋਈ ਗੱਲ ਤਾਂ ਹੈ ਨਹੀਂ। ਬਿਲਕੁਲ। ਤੇ ਬਿਹਤਰ ਇਹ ਵੀ ਇਸ ਮੁੱਦੇ ਦੇ ਉੱਤੇ ਆਪਾਂ ਮਤਲਬ ਥੋੜਾ ਬਹੁਤਾ ਕਿਸਾਨਾਂ ਦੀ ਹਮਦਰਦੀ ਹਾਸਲ ਕਰੀਏ। ਕਿਸਾਨਾਂ ਦੇ ਮੁੱਦੇ ਤੇ ਆ ਕੇ ਉਹਨੇ ਅਸਤੀਫਾ ਦੇਤਾ। ਦੂਜਾ ਮੁੰਡਾ ਜਿਹੜਾ ਹੈਗਾ ਉਹਨੇ ਕਿਸਾਨੀ ਦੇ ਮੁੱਦੇ ਦੇ ਉੱਤੇ ਚੋਣਾਂ ਲੜੀਆਂ ਸੀ। ਜਿਹੜੀ ਉਹਦੀ ਪਾਰਟੀ ਹੈ ਉਹਦਾ ਨਾਂ ਸੀ ਜਨ ਨਾਇਕ ਜਨਤਾ ਪਾਰਟੀ। ਉਹਨੇ ਪਾਰਟੀ ਬਣਾਈ ਹੈ। ਜਨ ਨਾਇਕ ਜਿਹੜਾ ਹੈਗਾ ਚੌਧਰੀ ਦੇਵੀ ਲਾਲ ਨੂੰ ਖਿਤਾਬ ਮਿਲਿਆ ਹੋਇਆ ਲੋਕਾਂ ਦਾ ਨਾਇਕ, ਲੋਕਾਂ ਦਾ ਨਾਇਕ। ਹਾਂ, ਉਹ ਖਿਤਾਬ ਨੂੰ ਇਸਤੇਮਾਲ ਕਰਕੇ ਚੌਧਰੀ ਦੇਵੀ ਲਾਲ ਦੇ ਨਾਂ ਤੇ ਉਹਨੇ ਵੋਟਾਂ ਲਈਆਂ। ਚੌਧਰੀ ਦੇਵੀ ਲਾਲ ਨੂੰ ਜੇ ਆਪਾਂ ਦੇਖੀਏ, ਚੌਧਰੀ ਚਰਨ ਸਿੰਘ, ਸਰ ਛੋਟੂ ਰਾਮ, ਚੌਧਰੀ ਚਰਨ ਸਿੰਘ, ਉਹ ਤੋਂ ਬਾਅਦ ਚੌਧਰੀ ਦੇਵੀ ਲਾਲ ਜਿਹੜੇ ਕਿਸਾਨਾਂ ਦੇ ਮਸੀਹਾ ਕਹਾਉਂਦੇ ਸੀ, ਇਹ ਮਸੀਹਾ ਸਮੇਂ ਉਹਨਾਂ ਦੇ ਨਾਂ ਤੇ ਉਹਨੂੰ ਵੋਟਾਂ ਮਿਲ ਗਈਆਂ। ਲੇਕਿਨ ਹੁਣ ਉਹ ਜਿਹੜੀ ਜਿਸ ਮੁੱਦੇ ਦੇ ਤੇ ਉਹਨੇ ਵੋਟਾਂ ਲਈਆਂ ਸੀ, ਅੱਜ ਖੜਾ ਉਹਨਾਂ ਦੇ ਖਿਲਾਫ ਹੈ। ਖੜਾ ਉਹ ਭਾਰਤੀ ਜਨਤਾ ਪਾਰਟੀ ਨਾਲ, ਉਹੀ ਕਾਲੇ ਕਾਨੂੰਨ ਜਿਹੜੇ ਕਾਲੇ ਕਾਨੂੰਨਾਂ ਦੀ ਹਮਾਇਤ ਦੇ ਵਿੱਚ ਆਇਆ ਖੜੋਤਾ। ਇਸ ਵਾਸਤੇ ਉਹਦਾ ਗ੍ਰਾਫ ਹੈ ਜਿਹੜਾ ਤੇਜ਼ੀ ਨਾਲ ਥੱਲੇ ਡਿੱਗਦਾ ਜਾ ਰਿਹਾ। ਔਰ ਉਸ ਬੰਦੇ ਦਾ ਵਿਰੋਧ ਹਰ ਥਾਂ ਦੇ ਉੱਤੇ ਹੋ ਰਿਹਾ। ਉਹਨੂੰ ਲੋਕ ਆਉਣ ਨਹੀਂ ਦਿੰਦੇ। ਹਰਿਆਣੇ ਦੇ ਵਿੱਚ ਜਿੱਥੇ ਕਿਤੇ ਵੀ ਆਉਂਦੇ ਉੱਥੇ ਘੇਰਾ ਪੈ ਜਾਂਦਾ, ਨਾ ਹੈਲੀਕਾਪਟਰ ਉਤਰਦਾ ਤੇ ਨਾ ਕਾਰ ਤੁਰਦੀ ਹੈ। ਇਹਦੇ ਚੱਲਦਿਆਂ ਚੌਟਾਲਾ ਸਾਹਿਬ ਦੀ ਅਹਿਮੀਅਤ ਬਹੁਤ ਹੈ। ਇੱਕ ਤਾਂ ਇਹ ਵੀ ਹੁਣ ਜਿਹੜੀ ਐਲਨਾਬਾਦ ਸੀਟ ਹੋ ਗਈ ਖਾਲੀ, ਐਲਨਾਬਾਦ ਸੀਟ ਦੀ ਉਪਚੋਣ ਹੋਣੀ ਹੈ। ਇਹ ਉਪਚੋਣ ਕੌਣ ਲੜੇ,
ਇਸ ਮੁੱਦੇ ਦੇ ਉੱਤੇ ਚੌਟਾਲਾ ਪਰਿਵਾਰ ਦੇ ਵਿੱਚ ਜਿਹੜੀ ਹੈਗੀ ਹੈ ਚਰਚਾ ਸ਼ੁਰੂ ਹੋ ਗਈ। ਉਹ ਕਹਿੰਦੇ ਵੀ ਇਹ ਚੋਣ ਜਿਹੜੀ ਹੈ ਚੌਟਾਲਾ ਸਾਹਿਬ ਹੀ ਲੜਨ। ਜੀ ਕਾਨੂੰਨ ਇਹ ਹੈ ਕਿ ਜਿਸ ਬੰਦੇ ਨੂੰ ਸਜ਼ਾ ਹੋ ਜੇ ਜੀ ਉਹ 6 ਸਾਲ ਜਿਹੜੀ ਹੈਗੀ ਹੈ ਸਜ਼ਾ ਦੀ ਪੂਰੀ ਹੋਣ ਤੋਂ ਬਾਅਦ ਚੋਣ ਨਹੀਂ ਲੜ ਸਕਦਾ। ਲੇਕਿਨ ਭਾਰਤ ਦੇ ਵਿੱਚ ਇੱਕ ਅਜਿਹੀ ਮਿਸਾਲ ਵੀ ਹੈ ਜੀ। ਪਹਿਲਾਂ ਇੱਕ ਮਿਸਾਲ ਹੈ ਕਿ ਕਿਸੇ ਇੱਕ ਵਿਅਕਤੀ ਨੂੰ ਇਹੋ ਜਿਹੀ ਕੈਦ ਹੋਈ ਸੀ, ਉਹਨੇ ਚੋਣ ਕਮਿਸ਼ਨ ਨੂੰ ਐਪਲੀਕੇਸ਼ਨ ਦਿੱਤੀ ਸੀ ਕਿ ਮੈਨੂੰ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਜਾਵੇ, ਤੇ ਚੋਣ ਕਮਿਸ਼ਨ ਕੋਲੇ ਇਹ ਅਖਤਿਆਰ ਹੈਗਾ, ਉਹ ਇਜਾਜ਼ਤ ਦੇ ਸਕਦਾ। ਸੋ ਪਹਿਲਾ ਤਾਂ ਇਹ ਹੈ ਕਿ ਓਮ ਪ੍ਰਕਾਸ਼ ਚੌਟਾਲਾ ਹੋਰੀ ਚੋਣ ਕਮਿਸ਼ਨ ਨੂੰ ਐਪਲੀਕੇਸ਼ਨ ਦਾਇਰ ਕਰ ਰਹੇ ਜੀ ਕਿ ਮੈਨੂੰ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਜਾਵੇ ਤੇ ਮੈਂ ਐਲਾਨਾਬਾਦ ਮੇਰਾ ਇਲਾਕਾ ਹੈ, ਮੇਰਾ ਹਲਕਾ ਹੈ, ਮੈਂ ਇੱਥੋਂ ਚੋਣ ਲੜਨੀ। ਜੇ ਤਾਂ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਤਾਂ ਉਹਨਾਂ ਨੇ ਇਸੇ ਮੁੱਦੇ ਤੇ ਲੜਨਾ ਕਿ ਭਾਈ ਮੈਂ ਤਾਂ ਕਿਸਾਨਾਂ ਦੀ ਜਿਹੜੀ ਹੈਗੀ ਹੈ ਕਾਲੇ ਕਾਨੂੰਨਾਂ ਦੇ ਇਸ਼ੂ ਦੇ ਉੱਤੇ ਚੋਣ ਲੜਨੀ। ਜੀ ਬਿਲਕੁਲ। ਤੁਸੀਂ ਇਹ ਦੇਖੋ ਵੀ ਜੇ ਤਾਂ ਹੱਕ ਚੋਂ ਕਾਲੇ ਕਾਨੂੰਨਾਂ ਦੇ ਮੈਨੂੰ ਵੋਟਾਂ ਨਾ ਪਾਓ, ਤੇ ਜੇ ਤੁਸੀਂ ਖਿਲਾਫ ਹੋ ਮੈਨੂੰ ਵੋਟਾਂ ਪਾ ਦਿਓ, ਇੱਕ ਫਤਵਾ ਦੇ ਦਿਓ। ਉਹਨਾਂ ਨੇ ਇਸ ਗੱਲ ਦੇ ਉੱਤੇ ਫਤਵਾ ਲੈਣਾ, ਤੇ ਜੇ ਇਹਨਾਂ ਨੂੰ ਚੋਣ ਲੜਨ ਦੀ ਗੱਲ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਫਤਵਾ ਉਹਨਾਂ ਦੇ ਹੱਕ ਵਿੱਚ ਹੋਣਾ ਹੀ ਹੋਣਾ ਬਿਲਕੁਲ, ਕਿਉਂਕਿ ਉਹ ਜਿਨ੍ਹਾਂ ਨੇ ਚੋਣ ਲੜੀ ਉਹਨਾਂ ਨੂੰ ਤਾਂ ਕੋਈ ਵੜ ਨਹੀਂ ਦਿੰਦਾ। ਮੋਰਓਵਰ ਪਹਿਲਾਂ ਵੀ ਜੇ ਆਪਾਂ ਦੇਖੀਏ ਸਾਰੇ ਹਰਿਆਣੇ ਦੇ ਵਿੱਚ ਇੱਕੋ ਦਾ ਸੀਟ ਸੀ, ਜੇ ਉਦੋਂ ਜਿੱਤ ਗਏ ਤੇ ਹੁਣ ਤਾਂ ਉਹਦਾ ਹਾਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਦੂਜੀ ਗੱਲ ਦਾਨੇਵਾਲੀਆ ਸਾਹਿਬ, ਮੈਂ ਥੋੜਾ ਜਿਹਾ ਇਹਦੇ 'ਚ ਇਹ ਵੀ ਦੇਖੂੰਗਾ ਕਿ ਚੌਟਾਲਾ ਪਰਿਵਾਰ ਦਾ ਹੁਣ ਥੋੜਾ ਜਿਹਾ ਫਰਕ ਹੈ ਜੀ। ਜੇ ਦੁਸ਼ਯੰਤ ਸਿੰਘ ਚੌਟਾਲਾ, ਦਿਗਵਿਜੇ ਸਿੰਘ ਚੌਟਾਲਾ ਜਾਂ ਅਜੇ ਸਿੰਘ ਚੌਟਾਲਾ ਇਹ ਪਾਸੇ ਹੋ ਗਿਆ ਪਰਿਵਾਰ ਤੋਂ, ਤੇ ਫਿਰ ਦੂਜੇ ਪਾਸੇ ਚੌਧਰੀ ਪ੍ਰਤਾਪ ਸਿੰਘ ਦਾ ਬੇਟਾ ਰਵੀ ਚੌਟਾਲਾ ਜਿਹੜਾ ਉਹ ਮੁੜ ਕੇ ਆਪਣੇ ਕੁਣਬੇ ਚ ਆ ਗਿਆ। ਉਹ ਇਸ ਵੇਲੇ ਜਿਹੜਾ ਹੈਗਾ ਰਣਜੀਤ ਨੂੰ ਤਾਂ ਉਧਰ ਹਜੇ ਦਿੰਦੀ ਹੈ ਨਾ ਮੰਤਰੀ ਮੰਡਲ। ਨਹੀਂ, ਰਣਜੀਤ ਸਿੰਘ ਜਿਹੜੇ ਹੈਗਾ, ਰਣਜੀਤ ਸਿੰਘ ਤਾਂ ਗਿਆ ਵੀ ਇੰਡੀਪੈਂਡੈਂਟ ਹੈ ਨਾ। ਰਣਜੀਤ ਸਿੰਘ ਜਿਹੜਾ ਹੈਗਾ ਉਹ ਇਹ ਨਹੀਂ ਵੀ ਇਹਨਾਂ ਦੇ ਖਿਲਾਫ ਇੰਡੀਪੈਂਡੈਂਟ ਚੋਣ ਲੜੀ ਹੈ ਜੀ। ਉਹਦੀ ਮਤਲਬ ਕੋਈ ਬਹੁਤੀ ਨਹੀਂ, ਮੇਰੇ ਖਿਆਲ ਹੋ ਸਕਦਾ ਕੱਲ ਨੂੰ ਉਹ ਵੀ ਆ ਜੇ। ਇਸ ਕਰਕੇ ਜਿਹੜੇ ਹੈਗੇ ਆ ਤੁਹਾਡੇ ਓਮ ਪ੍ਰਕਾਸ਼ ਚੌਟਾਲਾ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਜੀ। ਤੇ ਜੇ ਚੋਣ ਨਹੀਂ ਲੜਨ ਦੀ ਉਹਨੂੰ ਇਜਾਜ਼ਤ ਮਿਲਦੀ, ਫਿਰ ਉਹ ਅਬੇ ਸਿੰਘ ਨੂੰ ਖੜਾ ਕਰ ਦੇਣ, ਕਿਸੇ ਨੂੰ ਹੋਰ ਕਰ ਦੇਣ, ਚਾਹੇ ਰਵੀ ਚੌਟਾਲਾ ਨੂੰ ਖੜਾ ਕਰ ਦੇਣ, ਫਿਰ ਉਹ ਕੰਪੇਨ ਕਰਨਗੇ ਤੇ ਉਹਨਾਂ ਦੇ ਕੋਲੇ ਇੱਕ ਫਿਰ ਸਲੋਗਨ ਹੋਊਗਾ ਕਿ ਆਹ ਦੇਖੋ ਪਹਿਲਾਂ ਕਾਲੇ ਕਾਨੂੰਨ ਲਿਆਂਦੇ, ਹੁਣ ਨਰਿੰਦਰ ਮੋਦੀ ਦੀ ਸਰਕਾਰ ਨੇ ਕਹਿ ਕੇ ਤੇ ਚੋਣ ਕਮਿਸ਼ਨ ਤੋਂ ਮੈਨੂੰ ਇਜਾਜ਼ਤ ਨਹੀਂ ਮਿਲਣ ਦਿੱਤੀ, ਕਿਉਂਕਿ ਪਹਿਲਾਂ ਇਹ ਪ੍ਰੈਸੀਡੈਂਟ ਬਣਿਆ ਹੋਇਆ। ਇੱਕ ਬੰਦੇ ਨੂੰ ਪਹਿਲਾਂ ਮੇਰੇ ਨਾਂ ਨਹੀਂ ਯਾਦ ਆ ਰਿਹਾ ਕਿ ਕਿਹਨੂੰ ਇਹ ਇਜਾਜ਼ਤ ਮਿਲੀ ਸੀ। ਇਸ ਲਈ ਹਰਿਆਣੇ ਦੀ ਸਿਆਸਤ ਦੇ ਉੱਤੇ ਓਮ ਪ੍ਰਕਾਸ਼ ਚੌਟਾਲੇ ਦਾ ਭਾਵੇਂ ਚੋਣ ਲੜੇ ਜਾਂ ਨਾ ਲੜੇ, ਉਹਦਾ ਬਾਹਰ ਆਉਣ ਦਾ ਬਹੁਤ ਅਸਰ ਪੈ ਸਕਦਾ ਹੈ, ਕਿਉਂਕਿ ਸਾਡੇ ਲੋਕ ਇਹ ਨਹੀਂ ਦੇਖਦੇ ਹੁੰਦੇ ਵੀ ਬੰਦੇ ਨੂੰ ਸਜ਼ਾ ਕਾਹਦੇ 'ਚ ਹੋਈ ਹੈ ਜੀ। ਇੱਥੇ ਤਾਂ ਹੁਣ ਇਹ ਕਹਿੰਦੇ ਨੇ ਦੇਖੋ ਜੀ ਮੈਂ ਕੁਰਬਾਨੀ ਕੀਤੀ, ਮੈਂ 10 ਸਾਲ ਕੈਦ ਕੱਟ ਕੇ ਉਹ ਤਾੜੀਆਂ ਮਾਰੀ ਜਾਣਗੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਜਿੰਦਾਬਾਦ, ਕਾਹਦੇ 'ਚ ਕੱਟ ਕੇ ਇਹ ਨਹੀਂ ਕਰਕੇ। ਹੁਣ ਪੰਜਾਬ ਦੀ ਹਾਲਤ ਵੀ ਇਹੀ ਹੈ ਨਾ। ਪੰਜਾਬ ਦੇ ਵਿੱਚ ਹੁਣ ਕਈ ਬੰਦੇ ਕਹਿ ਦਿੰਦੇ ਜੀ ਵੀ ਕੈਪਟਨ ਅਮਰਿੰਦਰ ਸਿੰਘ ਫੜਦਾ ਕਿ ਉਹਨੂੰ ਫੜਦਾ ਲਊਗਾ। ਜੇ ਆਪਾਂ ਅੱਜ ਕਹਿ ਦਈਏ ਕਿ ਸੁਖਬੀਰ ਹੋਰਾਂ ਨੂੰ ਫੜ ਕੇ ਪਹਿਲਾਂ ਬੰਦ ਕਰ ਦੇਣਾ ਸੀ, ਪਰ ਹੁਣ ਤੱਕ ਤਾਂ ਗੱਲ ਉਹ ਬਣ ਜਾਣੀ ਸੀਗੀ ਜਿਵੇਂ ਪਹਿਲਾਂ ਬਣ ਗਈ ਸੀ ਵੀ ਦੇਖੋ ਜੀ ਇਹ ਪਰਵਾਨੇ ਕਹਾਂ ਚਲੇ, ਜੇਲ੍ਹ ਚਲੇ ਵੀ ਜੇਲ੍ਹ ਚਲੇ, ਇਸ ਤਰ੍ਹਾਂ ਹੋ ਜਾਂਦੀ ਹੁੰਦੀ ਹੈ, ਕਿਉਂਕਿ ਸਾਡੇ ਲੋਕ ਬੜੇ ਭੁੱਲਣਹਾਰ ਤੇ ਬਖਸ਼ਣਹਾਰ ਹੈ। ਇਸ ਵਾਸਤੇ ਮੇਰੇ ਖਿਆਲ ਮੁਤਾਬਕ ਚੌਟਾਲਾ ਸਾਹਿਬ ਦਾ ਬਾਹਰ ਆਉਣਾ ਘੱਟੋ ਘੱਟ ਇੰਡੀਅਨ ਨੈਸ਼ਨਲ ਲੋਕ ਦਲ ਵਾਸਤੇ ਇੱਕ ਉਹਦਾ ਚੰਗਾ ਅਸਰ ਪਊ। ਅਗਲੀ ਗੱਲ ਜੀ, ਜਿਹੜੀ ਕਾਂਗਰਸ ਪਾਰਟੀ ਹੈ ਰਾਜਸਥਾਨ ਆਪਣੀ ਹਰਿਆਣੇ ਦੀ, ਉਹਦੀ ਹਾਲਤ ਵੀ ਇਸ ਵੇਲੇ ਮਾੜੀ ਹੈ। ਪਹਿਲਾਂ ਤੁਹਾਡੇ ਯਾਦ ਹੋਣਾ ਹੈ ਅਸ਼ੋਕ ਤੰਬਰ ਹੁੰਦਾ ਸੀ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ, ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਰਿਹਾ ਸੀ, ਰਾਹੁਲ ਗਾਂਧੀ ਦੀ ਪਸੰਦ ਸੀ ਜੀ। ਤੇ ਰਾਹੁਲ ਗਾਂਧੀ ਜਿਵੇਂ ਕਹਿੰਦਾ ਸੀ ਕਿ ਨੌਜਵਾਨਾਂ ਨੂੰ ਅਸੀਂ ਸੱਤਾ ਦੇਣੀ ਹੈ, ਉਹ ਨੌਜਵਾਨਾਂ ਨੂੰ ਸੱਤਾ ਦੇਣ ਦੀ ਝਾਕ ਦੇ ਨਾਲ ਤੇ ਉਸ ਬੰਦੇ ਨੂੰ ਲੰਬਾ ਸਮਾਂ ਇੱਥੇ ਪ੍ਰਧਾਨ ਰੱਖਿਆ ਸੀ, ਪਰ ਉਹਨੂੰ ਕਿਸੇ ਨੇ ਲੀਡਰ ਨਹੀਂ ਮੰਨਿਆ। ਲੀਡਰ ਉੱਥੇ ਉੱਭਰ ਕੇ ਆ ਗਿਆ ਭੁਪਿੰਦਰ ਸਿੰਘ ਹੁੱਡਾ। ਭੁਪਿੰਦਰ ਸਿੰਘ ਹੁੱਡਾ ਨੂੰ ਇਗਨੋਰ ਕਰੀ ਗਏ। ਆਖਰੀ ਸਮੇਂ ਤੇ ਜਦੋਂ ਪਤਾ ਲੱਗਿਆ ਕਿ ਭੁਪਿੰਦਰ ਸਿੰਘ ਹੁੱਡਾ ਆਪਦੀ ਪਾਰਟੀ ਅਲੱਗ ਬਣਾ ਸਕਦਾ ਤਾਂ ਉਹਨੂੰ ਦਿੱਤੀ। ਐਨ ਜਮਾ ਜਿੱਤ ਦੇ ਨੇੜੇ ਜਾ ਕੇ ਕਾਂਗਰਸ ਮੁੜ ਕੇ ਆਈ। ਜੇ ਕਿਤੇ 6 ਮਹੀਨੇ ਪਹਿਲਾਂ ਭੁਪਿੰਦਰ ਸਿੰਘ ਹੁੱਡਾ ਨੂੰ ਪ੍ਰਧਾਨ ਬਣਾਇਆ ਹੁੰਦਾ ਤਾਂ ਭੁਪਿੰਦਰ ਸਿੰਘ ਹੁੱਡਾ ਨੇ ਉਸੇ ਸਰਕਾਰ ਬਣਾ ਲੈਣੀ ਸੀ। ਹੁਣ ਹਾਲਤ ਕੀ ਹੈ? ਹੁਣ ਬਣਾਤੀ ਕੁਮਾਰੀ ਸ਼ੈਲਜਾ ਪ੍ਰਧਾਨ। ਅੱਛਾ ਜੀ। ਕੁਮਾਰੀ ਸ਼ੈਲਜਾ ਦੀ ਹਾਲਤ ਵੀ ਅਸ਼ੋਕ ਤੰਬਰ ਵਰਗੀ ਹੈ। ਹੁਣ ਪਹਿਲੇ ਤੁਸੀਂ ਦੇਖੋ ਕਿ ਕੁਝ ਦਿਨ ਪਹਿਲਾਂ 19 MLA ਹਰਿਆਣੇ ਦੇ 19 MLA ਜਾ ਕੇ ਹਾਈ ਕਮਾਂਡ ਨੂੰ ਮਿਲ ਕੇ ਆਏ ਹੈ ਜੀ, ਇਹਨੂੰ ਬਦਲ ਦਿਓ ਤੇ ਪ੍ਰਧਾਨ ਹੁੱਡੇ ਨੂੰ ਬਣਾ ਦਿਓ ਜੇ ਸਰਕਾਰ ਬਣਾਉਣੀ ਜੀ। ਹੁਣ ਅੱਜ ਇਹ ਲੱਗਿਆ ਕਿ ਜਿਹੜੇ ਮਿਸਟਰ ਬੇਨੂ ਗੋਪਾਲ ਹੈ, ਇਹਨਾਂ ਦੇ ਕਾਂਗਰਸ ਪਾਰਟੀ ਦਾ ਕੋਈ ਲੀਡਰ ਹੈ ਜੀ, ਉਹਨੂੰ ਮਿਲਣ ਵਾਸਤੇ ਹੁਣ 19 ਦੀ ਬਜਾਏ 2 ਹੋਰ ਵੱਧ ਗਏ, 21 MLA ਜਾ ਗਏ। ਜਦੋਂ ਕਾਂਗਰਸ ਪਾਰਟੀ ਦਾ ਆਪਦਾ ਘਰ ਫਟਿਆ ਹੋਇਆ ਉਸ ਵੇਲੇ, ਕਿਉਂਕਿ ਚੌਟਾਲੇ ਦਾ ਬੇਸ ਤਾਂ ਜਿਹੜਾ ਹੈਗਾ ਓਮ ਪ੍ਰਕਾਸ਼ ਚੌਟਾਲੇ ਦਾ ਬੇਸ ਉਹ ਦਿਹਾਤੀ ਹਰਿਆਣਾ ਬਿਲਕੁਲ। ਤੇ ਦਿਹਾਤੀ ਹਰਿਆਣੇ ਦੇ ਵਿੱਚ ਤਾਂ ਮਤਲਬ ਹੈ ਵੀ ਨਾ ਕਾਂਗਰਸ ਨਾ BJP ਦਾ ਤੇ ਦੁਸ਼ਯੰਤ ਹੋਰਾਂ ਦਾ ਕੰਮ ਮੁੱਕਿਆ ਵਾ। ਤੇ ਜੇ ਕਾਂਗਰਸ ਆਪਸ ਵਿੱਚ ਘੋਟੀ ਹੋਈ ਤੇ ਮੁੱਕ ਉਹਨਾਂ ਦਾ ਵੀ ਜਾਣਾ, ਤੇ ਫਿਰ ਉਹਨਾਂ ਦੇ ਵਾਸਤੇ ਮੈਦਾਨ ਖਾਲੀ ਸਾਫ਼ ਹੈ। ਤੇ ਇੱਧਰ ਤਾਂ ਮੈਦਾਨ ਸਾਫ਼ ਹੈ ਜੀ,
ਇਹ ਤਾਂ ਬਾਹਰ ਆ ਗਏ ਤੇ ਬੀਜੇਪੀ ਭਜਦੀ ਫਿਰਦੀ ਹੈ। ਕਹਿੰਦੇ ਰਫੇਲ ਦਾ ਜਿਹੜਾ ਜਹਾਜ਼ ਆ ਰਾਕਟ ਵਾਂਗੂ ਮਗਰ ਲੱਗਿਆ ਹੋਇਆ। ਰਾਹੁਲ ਗਾਂਧੀ ਕਹਿੰਦਾ ਵੀ ਅਸੀਂ ਵੇਖਣਾ ਵੀ ਇਹਦੇ ਪੁਰਜੇ ਪਰਜੇ ਖੋਲਣੇ ਆ, ਇਹਦੀ ਜਾਂਚ ਕਰਾਉਣੀ ਹੈ, ਸਰਵਿਸ ਕਰਨੀ ਹੈ। ਕਈ ਚੀਜ਼ਾਂ ਹੈਗੀਆਂ। ਜਦੋਂ ਰਫੇਲ ਆਇਆ ਹੈ, ਰਫੇਲ ਦਾ ਪਹਿਲਾਂ ਇੱਕ ਸਮਝੌਤਾ ਹੋਇਆ ਸੀ। ਸਮਝੌਤਾ ਜਿਹੜਾ ਹੈਗਾ ਪ੍ਰਧਾਨ ਮੰਤਰੀ ਦੀ ਹਾਜ਼ਰੀ 'ਚ ਹੋਇਆ ਸੀ। ਸਮਝੌਤਾ ਹੋਇਆ ਸੀ ਭਾਰਤ ਦੀ ਡਿਫੈਂਸ ਜਿਹੜੀ ਹੈਗੀ ਹੈ ਏਜੰਸੀ ਕਹਿ ਸਕਦੇ ਆਪਾਂ, ਜਿਹੜੀ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ, ਜਿਹੜੀ ਇਹਨਾਂ ਨੇ ਪਰਚੇਜ਼ਿੰਗ ਕਮੇਟੀ ਬਣਾਈ ਸੀ, ਉਹਨਾਂ ਦਾ ਸਮਝੌਤਾ ਆ ਗਿਆ 10 ਕੰਪਨੀ ਦੇ ਨਾਲ ਲੈ ਲਿਆ ਜੀ। ਪ੍ਰਧਾਨ ਮੰਤਰੀ ਨੇ ਆਪ ਨਹੀਂ ਦਸਤਖਤ ਕੀਤੇ, ਦਸਤਖਤ ਤਾਂ ਹੋਰ ਅਫਸਰਾਂ ਨੇ ਕੀਤੇ। ਪ੍ਰਧਾਨ ਮੰਤਰੀ ਬਹੁਤ ਘੱਟ ਮਾਮਲਿਆਂ 'ਚ ਦਸਤਖਤ ਕਰਦੇ ਹੁੰਦੇ, ਪੋਲੀਟੀਕਲ ਜਿਹੜੀ ਇੰਪੋਰਟੈਂਸ ਹੁੰਦੀ ਉਹਦੇ 'ਤੇ ਕਰ ਦਿੰਦੇ। ਇਹਨਾਂ ਨੇ ਜੀ ਉੱਥੋਂ ਉਹ ਲੈ ਲਈ ਸੀ। ਅਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਗਏ ਸੀ, ਨਾਲ ਇੱਕ ਬੰਦੇ ਨੂੰ ਲੈ ਕੇ ਗਏ ਸੀ ਜਹਾਜ਼ ਦੇ ਵਿੱਚ ਬਹਾ ਕੇ, ਅਨਿਲ ਅੰਬਾਨੀ ਉਹਦਾ ਨਾਂ ਸੀ। ਤੇ ਇਹ ਜਿਹੜਾ ਸਮਝੌਤਾ ਹੋਇਆ ਸੀ ਜਹਾਜ਼ਾਂ ਵਾਲਾ ਸਮਝੌਤਾ ਸਹੀ ਬੰਦ ਹੋਣ ਤੋਂ ਪਹਿਲਾਂ ਜੀ, ਇਹ ਵੀ ਇਤਿਹਾਸ ਹੀ ਰਚਿਆ ਗਿਆ। ਸਹੀ ਬੰਦ ਹੋਣ ਤੋਂ ਹਫ਼ਤਾ 10 ਦਿਨ ਪਹਿਲਾਂ ਇੱਕ ਹੋਰ ਸਮਝੌਤਾ ਹੋ ਗਿਆ ਸੀ। ਅੱਛਾ ਜੀ। ਕਿ ਜਿਹੜੇ ਇਹ ਜਹਾਜ਼ ਹੈ ਇਹਨਾਂ ਦਾ ਰੱਖ ਰਖਾਅ ਜੀ, ਇਹਨਾਂ ਦੀ ਮੇਨਟੇਨੈਂਸ ਇਹ ਕੌਣ ਕਰੂਗਾ? ਕੀ ਫਰਾਂਸ ਦੇ ਵਿੱਚ ਇੰਜੀਨੀਅਰ ਜਾਇਆ ਕਰਨਗੇ? ਇਹ ਤਾਂ ਸੰਭਵ ਨਹੀਂ। ਸਾਨੂੰ ਲੋੜ ਪੈ ਗਈ ਤੇ ਸਾਡਾ ਸਿਸਟਮ ਉੱਥੇ ਚਾਹੀਦਾ। ਅੱਗੇ ਆਹੀ ਤੁਹਾਡੀ ਕੀ ਹੈ, ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਜਿਹੜੀ ਉਹਦੇ ਕੋਲ ਇਹ ਕੰਮ ਹੁੰਦਾ ਸੀ, ਜਿਹਦੇ ਕੋਲ ਇੱਕ ਤਜਰਬਾ ਹੈ ਜਹਾਜ਼ ਵੀ ਬਣਾਉਣ ਦਾ। ਨਾਲ 에ਅਰ ਫੋਰਸ ਕੋਲੇ ਆਪਦੇ ਬੜੇ ਵੱਡੇ ਇੰਜੀਨੀਅਰ ਹੈ। ਕਲਪੁਰਜੇ ਵੀ ਉਹਨਾਂ ਦੇ ਕੋਲੇ ਹੈ। ਰੂਸ ਦੇ ਵਿੱਚ ਜਿਹੜਾ ਮਟੀਰੀਅਲ ਆਉਂਦਾ ਸੀ ਸਾਰਾ ਉਹੀ ਕਰਦੇ ਸੀ, ਅਸੈਂਬਲਿੰਗ ਵਗੈਰਾ ਸਾਰਾ ਕੁਛ ਹੁੰਦੀ। ਉਹਦੀ ਬਜਾਏ ਕਹਿੰਦੇ ਜੀ ਜਿਹੜੇ ਬੰਦੇ ਨੂੰ ਨਾਲ ਲੈ ਕੇ ਗਏ ਸੀ ਉਹਦਾ ਨਾਂ ਸੀ ਅਨਿਲ ਅੰਬਾਨੀ, ਛੋਟਾ ਅੰਬਾਨੀ। ਤੇ ਇਹ ਜਿਹੜੀ ਹੈਗੀ ਅਸਲ ਸਮਝੌਤਾ ਹੋਣ ਤੋਂ 10 ਦਿਨ ਪਹਿਲਾਂ ਸਮਝੌਤਾ ਹੋ ਗਿਆ ਸੀ। ਅੱਛਾ ਜੀ। ਤੇ ਜਿਹੜੀ ਉਹਨੇ ਕੰਪਨੀ ਬਣਾਈ ਸੀ ਉਹ ਕੰਪਨੀ 15 ਦਿਨ ਪਹਿਲਾਂ ਹੀ ਬਣਾਈ ਸੀ। ਤੇ ਕਹਿੰਦੇ ਜੀ ਬਹੁਤ ਮੋਟਾ ਉਹਦੇ 'ਚ ਲੈਣ ਦੇਣ ਹੋਇਆ ਸੀ। ਜਦੋਂ ਮੋਟਾ ਲੈਣ ਦੇਣ ਹੋਇਆ ਸੀ, ਰੌਲਾ ਤਾਂ ਉਦੋਂ ਹੀ ਪੈ ਗਿਆ ਸੀ, ਕਿਉਂਕਿ ਸਾਡੇ ਤਾਂ ਨਹੀਂ ਇੱਧਰ ਖਬਰਾਂ ਲੱਗਦੀਆਂ, ਉਧਰ ਹੀ ਲੱਗ ਗਈਆਂ ਸੀ ਫਰਾਂਸ ਦੇ ਵਿੱਚ ਹੀ। ਫਿਰ ਜਹਾਜ਼ ਲੈਣ ਵਾਸਤੇ ਗਏ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ। ਤੇ ਉੱਥੇ ਜਾ ਕੇ ਫਿਰ ਜਿਹੜੇ ਤੁਸੀਂ ਉਹ ਯਾਦ ਕਰੋ, ਹੁਣ ਆਪਦੇ ਦਿਮਾਗ ਤੇ ਥੋੜਾ ਜਿਹਾ ਬੋਝ ਪਾਓ। ਮੇਰੇ ਤਾਂ ਉਹ ਆ ਰਹੀ ਹੈ ਯਾਦ, ਜਿਹੜਾ ਉਹ ਦ੍ਰਿਸ਼ ਯਾਦ ਆ ਰਹੇ ਕਿ ਜਦੋਂ ਗਏ ਉੱਥੇ ਮਿਰਚਾਂ ਵੀ ਬਣ ਗਿਆ ਸੀ, ਨਿੰਬੂ ਵੀ ਲਾਇਆ ਸੀ, ਉੱਧਰ ਹੀ ਜਾ ਕੇ ਕਰਿਆ ਸੀ, ਤਿਲਕ ਵੀ ਲਾਇਆ ਸੀ, ਸਵਾਸਤਕ ਵੀ ਬਣਾ ਲਿਆ ਸੀ। ਹਾਂ, ਉਹ ਸਾਰਾ ਕੁਝ ਕਰ ਲਿਆ ਸੀ। ਤੇ ਹੁਣ ਮੇਰੇ ਫਿਰ ਉਹ ਇਤਿਹਾਸ ਦੇ ਪੁਰਾਣੇ ਵਰਕੇ ਯਾਦ ਆਉਂਦੇ ਹੈ। ਮੈਂ ਪੜ੍ਹਿਆ ਤਾਂ ਨਹੀਂ, ਮਤਲਬ ਸੁਣੇ ਹੈ। ਜਿਹੜੀ ਆਪਣੀ ਜਿਹੜੀ ਦੰਦ ਕਥਾ ਹੁੰਦੀ ਅਸਲ ਇਤਿਹਾਸ ਗੱਲ ਤਾਂ ਉਹੀ ਹੁੰਦੀ ਹੈ। ਉਹ ਕਹਿੰਦੇ ਵੀ ਜਦੋਂ ਅੱਜ ਅਬਦਾਲੀ ਵਰਗੇ, ਗਜ਼ਨਵੀ ਵਰਗੇ ਜਿਹੜੇ ਲੋਕ ਆਉਂਦੇ ਹੁੰਦੇ ਸੀ, ਉਹ ਆਉਂਦੇ ਤੇ ਲੁੱਟ ਮਾਰ ਕਰਕੇ ਵਾਪਸ ਚਲੇ ਜਾਂਦੇ ਸੀ ਭਾਰਤ ਦੇ ਵਿੱਚੋਂ। ਸੋਮਨਾਥ ਦੇ ਜਿਹੜੇ ਹੈਗੇ ਦਰਵਾਜ਼ੇ ਵੀ ਲਾ ਕੇ ਮੰਦਿਰ ਦੇ ਉਦੋਂ ਹੀ ਲਿਆਂਦੇ ਸੀ। ਉਹ ਤਾਂ ਚਲੋ ਇੱਥੇ ਸਿੰਘਾਂ ਨੇ ਖੋਲ੍ਹੇ ਸੀ। ਉਦੋਂ ਕਹਿੰਦੇ ਜਦੋਂ ਧਾੜ ਵੀ ਆਉਂਦੇ ਹੁੰਦੇ ਸੀ ਨਾ, ਤੇ ਮੂਹਰੇ ਗਊਆਂ ਕਰ ਦਿੰਦੇ ਸੀ ਵੀ ਆ ਰਿਹਾ ਗਊ ਮਾਤਾ ਜੀ, ਤੇ ਗਊ ਮਾਤਾ ਨੇ ਕੁਛ ਨਹੀਂ ਕਰ ਦੇਣੀ। ਤੇ ਇਹ ਹੁਣ ਮਿਰਚਾਂ ਤੇ ਨਿੰਬੂਆਂ ਤੇ ਆ ਗਏ। ਤੇ ਜੇ ਭਲੇ ਮਾਨਸੋ ਨਿੰਬੂ ਤੇ ਮਿਰਚਾਂ ਇੰਨੀਆਂ ਤਾਕਤਵਰ ਹੈ, ਤੇ ਫਿਰ ਜਹਾਜ਼ਾਂ ਤੇ ਇੰਨੇ ਪੈਸੇ ਲਾਉਣ ਦੀ ਕੀ ਲੋੜ ਆ? ਇੱਧਰ ਹੀ ਸੱਟ ਦਿਓ। 570 ਕਰੋੜ ਰੁਪਏ ਦਾ ਜਿਹੜਾ ਜਹਾਜ਼ ਡਾਕਟਰ ਮਨਮੋਹਨ ਸਿੰਘ ਇੰਨੇ ਦਾ ਪਤਾ ਨਹੀਂ ਹੁੰਦਾ ਸੀ, ਉਹ 1650 ਕਰੋੜ ਰੁਪਏ ਦਾ। 1100 ਕਰੋੜ ਵੱਧ। ਉਹ 1100 ਕਰੋੜ ਰੁਪਇਆ ਵੱਧ। ਇੰਨਾ ਮਹਿੰਗਾ ਲੈਣ ਦੀ ਕੀ ਲੋੜ ਸੀ? 3 ਗੁਣਾ ਜ਼ਿਆਦਾ ਮਹਿੰਗਾ। ਤੇ ਆਪਾਂ ਮਿਰਚਾਂ ਨਾਲ ਹੀ ਸਰ ਲੈਂਦੀ। ਥੋੜੇ ਨਿੰਬੂ ਸੁੱਟ ਦਿੰਦੇ, ਨਾਲੇ ਚੀਨ ਵਾਲੇ ਪਾਸੇ, ਨਾਲੇ ਪਾਕਿਸਤਾਨ ਵਾਲੇ ਪਾਸੇ, ਬੰਗਲਾ ਸਾਰੇ ਪਾਸੇ ਲਾ ਦਿੰਦੇ ਨਿੰਬੂਆਂ ਨਾਲ। ਨਿੰਬੂਆਂ ਦੇ ਬੂਟੇ ਲਾ ਦਿਓ, ਮਿਰਚਾਂ ਦੇ ਬੂਟੇ ਲਾ ਦਿਓ, ਨਾਲ ਉੱਤੇ ਬੰਨ ਦਿਓ ਖੰਭਣੀਆਂ। ਤੇ ਆਹ ਲਓ ਤਾਰਾਂ ਲਾਉਣ ਦੀ ਲੋੜ ਨਹੀਂ, ਖੰਭਣੀਆਂ ਬੰਨ ਦਿੰਦੇ, ਕੱਚੇ ਧਾਗੇ ਸੀਗੇ, ਆਉਣੇ ਨਹੀਂ ਕਿਸੇ ਨੇ ਆਉਣੇ। ਚਲੋ ਉਹ ਇਹਨਾਂ ਨੇ ਕੀਤਾ ਕਰਾਇਆ। ਰਹੀ ਗੱਲ ਇਹ ਹੈ ਵੀ ਜਦੋਂ ਭਾਰਤ ਦੇ ਵਿੱਚ ਉਹ ਆ ਗਏ ਤੇ ਭਾਰਤ ਦੇ ਵਿੱਚ ਰੌਲਾ ਪੈ ਗਿਆ ਕਿ ਇਹਦੇ ਵਿੱਚ ਤਾਂ ਕਮਿਸ਼ਨ ਦਿੱਤਾ ਜੀ, ਮੋਟਾ ਮਾਲ ਆ ਕਿਵੇਂ ਆ ਗਿਆ? ਉਹਨਾਂ ਦਿਨਾਂ ਦੇ ਵਿੱਚ ਇੱਕ PIL ਹੋਈ ਸੀ ਸੁਪਰੀਮ ਕੋਰਟ 'ਚ ਜੀ। ਜਦੋਂ PIL ਹੋ ਗਈ ਤੇ ਭਾਰਤ ਸਰਕਾਰ ਨੇ ਜਵਾਬ ਦਿੱਤਾ। ਉਹ ਜਵਾਬ ਲੈਣ ਤੋਂ ਬਾਅਦ ਜੀ PIL ਡਿਸਮਿਸ ਕਰਤੀ। ਤੇ ਡਿਸਮਿਸ ਜਿਹੜੇ ਜੱਜ ਸਾਹਿਬ ਨੇ ਕੀਤੀ, ਉਹਨਾਂ ਦਾ ਨਾਂ ਸੀ ਰੰਜਨ ਗੋਗੋਈ ਜੀ। ਇਹ ਉਹੀ ਰੰਜਨ ਗੋਗੋਈ ਹੈ ਜਿਨ੍ਹਾਂ ਨੇ ਉਹ ਬਾਬਰੀ ਮਸਜਿਦ, ਰਾਮ ਮੰਦਿਰ ਵਾਲਾ ਫੈਸਲਾ ਦਿੱਤਾ ਸੀ। ਸਾਰਾ ਕੁਛ ਉਹ ਆਪਾਂ ਬੜੇ ਵਾਰੀ ਗੱਲ ਕਰ ਚੁੱਕੇ ਹਾਂ ਉਹਦੇ 'ਚ, ਕਿ ਫੈਸਲੇ ਦੀ ਇਬਾਰਤ ਕੁਛ ਹੋਰ ਹੈ ਤੇ ਜਿਹੜਾ ਉਹਦਾ ਸਿੱਟਾ ਕੁਛ ਹੋਰ ਹੈ। ਉਹ ਜਦੋਂ ਆਏ ਤੇ ਉਹਨਾਂ ਨੇ ਜੋ ਭਾਰਤ ਸਰਕਾਰ ਦਾ ਜਵਾਬ ਵਗੈਰਾ ਦੇਖ ਕੇ ਕਹਿੰਦੇ ਜੀ ਨਹੀਂ, ਇਹ ਸੁਰੱਖਿਆ ਨਾਲ ਸੰਬੰਧਿਤ ਮਾਮਲਾ ਹੈ ਤੇ ਇਹ ਵਿਚਾਰਨਯੋਗ ਹੈ ਨਹੀਂ। ਜਦੋਂ ਜੱਜਮੈਂਟ ਆ ਗਈ ਤੇ ਜੱਜਮੈਂਟ ਪ੍ਰਸ਼ਾਂਤ ਭੂਸ਼ਣ ਨੇ ਪੜ੍ਹੀ, ਉਸ ਜੱਜਮੈਂਟ ਦੇ ਵਿੱਚ ਬੜਾ ਕਲਲਾ ਕੰਮ ਲਿਖਿਆ ਹੋਇਆ ਸੀ। ਕਹਿੰਦੇ ਜੀ ਪਹਿਲਾਂ ਇੱਕ ਕੰਪਟਰੋਲਰ ਐਂਡ ਆਡੀਟਰ ਜਨਰਲ, ਜਿਹਨੂੰ ਕੈਗ ਕਹਿੰਦੇ ਜੀ, ਇਹ ਪਹਿਲਾਂ ਉਹਨਾਂ ਨੇ ਮਾਮਲਾ ਪੜਤਾਲਿਆ ਸੀ। ਜਦੋਂ ਉਹਨਾਂ ਨੇ ਪੜਤਾਲ ਲਿਆ ਤੇ ਉਹਨਾਂ ਨੇ ਪੜਤਾਲ ਕੇ ਰਿਪੋਰਟ ਦਿੱਤੀ ਆਪਣੀ ਪਬਲਿਕ ਅਕਾਊਂਟਸ ਕਮੇਟੀ ਨੂੰ, ਪਾਰਲੀਮੈਂਟ ਦੀ ਹੁੰਦੀ ਹੈ ਜਿਹਨੂੰ ਪੰਜਾਬੀ 'ਚ ਕਹੀਏ ਆਪਾਂ ਲੋਕ ਲੇਖਾ ਕਮੇਟੀ, ਲੋਕ ਲੇਖਾਕਾਰ ਕਮੇਟੀ, ਉਹਨੂੰ ਕਹਿੰਦੇ ਜੀ ਦੇਤੀ ਸੀ। ਤੇ ਲੋਕ ਲੇਖਾ ਕਮੇਟੀ ਨੇ ਵੀ ਇਹ ਗੱਲ ਜਿਹੜੀ ਹੈਗੀ ਹੈ ਵਿਚਾਰ ਲਈ। ਲੋਕ ਲੇਖਾ ਕਮੇਟੀ ਨੂੰ ਇੱਕ ਕਿਸਮ ਦੀ ਆਪਾਂ ਇਹ ਕਹਿ ਸਕਦੇ ਹਾਂ, ਕਮੇਟੀਆਂ ਪਾਰਲੀਮੈਂਟ ਦੀਆਂ, ਪਾਰਲੀਮੈਂਟ ਸਮਝਿਆ ਜਾਂਦਾ ਜੀ। ਕਿ ਜੀ ਪ੍ਰੈਸੀਡੈਂਟ ਇਹ ਹੈ ਵੀ ਜਦੋਂ ਕੈਗ ਨੇ ਰਿਪੋਰਟ ਦੇ ਦਿੱਤੀ, ਉਸ ਰਿਪੋਰਟ ਦੇ ਉੱਤੇ ਵਿਚਾਰ ਕਰ ਲਈ ਤੇ ਵਿਚਾਰ ਕਰਨ ਤੋਂ ਬਾਅਦ ਹੁਣ ਇਹ ਸੁਪਰੀਮ ਕੋਰਟ ਦਾ ਇਹਨੂੰ ਸੁਣਵਾਈ ਯੋਗ ਹੀ ਹੈ ਨਹੀਂ ਸੁਪਰੀਮ ਕੋਰਟ।
ਉਹ ਜਦੋਂ ਜੱਜਮੈਂਟ ਪੜ੍ਹ ਲਈ ਤੇ ਪ੍ਰਸ਼ਾਂਤ ਉਹਨੇ ਚ ਰੌਲਾ ਪੈ ਗਿਆ ਜੀ ਪ੍ਰਸ਼ਾਂਤ ਭੂਸ਼ਣ ਦਾ, ਕਿਉਂਕਿ ਉਹਨਾਂ ਦਿਨਾਂ 'ਚ ਜਿਹੜੀ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਸੀ ਮਲਕ ਅਰਜੁਨ ਖੜਗੇ ਜੀ। ਆਹੀ ਮਲਕ ਅਰਜੁਨ ਖੜਗੇ ਜਿਹੜਾ ਹੁਣ ਰਾਜੇ ਵਾਲੀ ਤੇ ਕਾਂਗਰਸ ਦੇ ਕਾਟੋਕਲੀ ਅੱਛਾ, ਇਹ ਨਿਬੇੜ ਰਿਹਾ। ਹਾਂ, ਇਹ ਉਦੋਂ ਕਿਉਂਕਿ ਸੀਗਾ ਥੋੜਾ ਗਰੁੱਪ ਲੀਡਰ ਸੀਗਾ ਕਾਂਗਰਸ ਪਾਰਟੀ ਦਾ। ਇਹਦੇ ਕੋਲ ਜਦੋਂ ਆ ਗਈ ਤੇ ਇਹਨੇ ਨਾਲ ਦੀ ਨਾਲ ਹੀ ਕਿਹਾ ਯਾਰ ਮੇਰੇ ਕੋਲ ਤਾਂ ਮੈਂ ਤਾਂ ਪੜਤਾਲਿਆ ਹੀ ਨਹੀਂ ਇਹ ਮਾਮਲਾ ਜੀ। ਉਹਨੇ ਕਾਇਗ ਵਾਲਿਆਂ ਨੂੰ ਪੁੱਛ ਲਿਆ ਵੀ ਕਾਇਗ ਵਾਲਿਓ ਦੱਸੋ ਤੁਸੀਂ ਸਾਡੇ ਕੋਲੇ ਰਿਪੋਰਟ ਭੇਜਤੀ, ਉਹਦੇ ਭੇਜਣੀ ਕੀ ਸੀ? ਅਜੇ ਤਾਂ ਰਿਪੋਰਟ ਅਸੀਂ ਤਿਆਰ ਹੀ ਨਹੀਂ ਕੀਤੀ, ਅਜੇ ਤਾਂ ਲਿਖੀ ਨਹੀਂ। ਅੱਛਾ, ਜਦੋਂ ਇਹ ਗੱਲ ਆ ਗਈ ਵੀ ਇਹ ਤਿਆਰ ਨਹੀਂ ਕੀਤੀ, ਇਹ ਲਿਖੀ ਨਹੀਂ, ਤੇ ਪ੍ਰਸ਼ਾਂਤ ਭੂਸ਼ਣ ਕਿਸ਼ੋਰੀ ਆਇਆ ਪ੍ਰਸ਼ਾਂਤ ਭੂਸ਼ਣ ਫਿਰ ਸੁਪਰੀਮ ਕੋਰਟ ਚਲਾ ਗਿਆ। ਅੱਛਾ, ਕਿ ਆਹ ਦੇਖੋ ਜੀ ਤੁਹਾਨੂੰ ਜਿਹੜੀ ਹੈਗੀ ਹੈ ਮਿਸਗਾਈਡ ਕੀਤਾ ਭਾਰਤ ਸਰਕਾਰ ਨੇ। ਭਾਰਤ ਸਰਕਾਰ ਨੇ ਤਾਂ ਇਹ ਗੱਲ ਕਹਿਤੀ ਜੀ ਇਹ ਕੈਗ ਨੇ ਰਿਪੋਰਟ ਤਿਆਰ ਕੀਤੀ ਹੈ ਤੇ ਲੋਕ ਲੇਖਾ ਕਮੇਟੀ ਨੇ ਵਿਚਾਰ ਲਈ, ਇਹਦੇ ਤੇ ਗੱਲ ਕਰੋ। ਉੱਥੇ ਫਿਰ ਭਾਰਤ ਸਰਕਾਰ ਨੇ ਜਵਾਬ ਕੀ ਦਿੱਤਾ? ਕਹਿੰਦੇ ਜੀ ਟਰਾਂਸਲੇਸ਼ਨ 'ਚ ਗਲਤੀ ਹੋ ਗਈ। ਅੱਛਾ, ਅਸਲ 'ਚ ਮਕਸਦ ਇਹ ਸੀ ਕਿ ਲੋਕ ਲੇਖਾ ਕਮੇਟੀ ਜਿਹੜੀ ਹੈਗਾ ਆਪਣੀ ਜਿਹੜੀ ਕੈਗ ਇਸ ਨੂੰ ਵਿਚਾਰਦੀ ਹੈ। ਵਿਚਾਰਨ ਤੋਂ ਬਾਅਦ ਫਿਰ ਇਹ ਲੋਕ ਲੇਖਾ ਕਮੇਟੀ ਕੋਲੇ ਜਾਂਦੀ ਹੈ। ਜਦੋਂ ਲੋਕ ਲੇਖਾ ਕਮੇਟੀ ਕੋਲੇ ਜਾਂਦੀ ਰਹੇ ਤਾਂ ਗੱਲ ਥੋੜੀ ਜਿਹੀ ਗਲਤੀ ਹੋ ਗਈ ਜੀ, ਬਸ ਟਰਾਂਸਲੇਸ਼ਨ 'ਚ ਗਲਤੀ ਹੋ ਗਈ, ਉਹ ਮਾਮਲਾ ਫਿਰ ਠੱਪਤਾ। ਅੱਛਾ, ਹੁਣ ਉਹ ਫਿਰ ਰੱਦ ਕਰਤਾ। ਪਰ ਜਿਵੇਂ ਕਹਿੰਦੇ ਨੇ ਵੀ ਮੂੰਹ ਤੇ ਚਪੇੜ ਵੱਜੀ ਹੈ, ਮੈਨੂੰ ਹੁਣ ਇਹ ਕਹਿਣਾ ਪੈਣਾ ਅਸੀਂ ਭਾਰਤ ਦੇ ਵਸਨੀਕ ਆ, ਭਾਰਤ ਦੇ ਨਾਗਰਿਕ ਆ, ਤੇ ਇਹਦੇ ਬਾਵਜੂਦ ਵੀ ਸਾਨੂੰ ਸਾਡੀ ਜਿਹੜੀ ਹੈਗੀ ਹੈ ਸਿਸਟਮ ਦੇ ਉੱਤੇ ਮਤਲਬ ਜਿਹੜੀ ਹੈਗੀ ਸ਼ਰਮ ਆਉਂਦੀ ਹੈ ਜੀ। ਹੁਣ ਉੱਥੇ ਇਹੀ ਮਾਮਲਾ ਮੀਡੀਆ ਪਾਰਟ, ਇੱਕ ਉਹਨਾਂ ਦੀ ਵੈਬਸਾਈਟ ਹੈ, ਨਿਊਜ਼ ਪੋਰਟਲ ਹੈ, ਉਹਨਾਂ ਨੇ ਜੀ ਇਹ ਮਾਮਲਾ ਉਛਾਲਤਾ। ਤੇ ਇਹ ਮਾਮਲਾ ਉਛਲਿਆ ਕਿਵੇਂ ਜੀ? ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪਰਤਾਂ ਦਰ ਪਰਤਾਂ ਖੋਲ੍ਹਦਿਆਂ ਕਹਿਤਾ ਵੀ ਆਹ ਮਾਮਲਾ ਹੈ। ਉਹ ਤੋਂ ਪਹਿਲਾਂ ਇਹ ਮਾਮਲਾ ਜਿਹੜੀ ਉੱਥੋਂ ਦੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਏਜੰਸੀ ਹੈ ਉਹਦੇ ਕੋਲ ਗਿਆ ਸੀ ਜੀ, ਉਹਦੀ ਜਿਹੜੀ ਚੀਫ ਸੀ ਉਹਨੇ ਉਹਨੂੰ ਰੱਦ ਕਰਤਾ ਸੀ। ਫਿਰ ਹੋਰ ਮਟੀਰੀਅਲ ਮਿਲ ਗਿਆ ਤੇ ਨਾਲ ਉਹ ਲੱਗ ਗਿਆ, ਜਿਹੜਾ ਮਟੀਰੀਅਲ ਲੱਗ ਗਿਆ। ਹੁਣ ਉਹ ਕੰਪਲੇਂਟ ਫੇਰ ਹੋ ਗਈ। ਤੇ ਹੁਣ ਤੁਸੀਂ ਦੇਖੋ ਕਿ ਉਹਨਾਂ ਨੇ ਇਹਨੂੰ ਅਤੀ ਸੰਵੇਦਨਸ਼ੀਲ ਮਾਮਲਾ ਕਰਾਰ ਦੇ ਕੇ ਇਹਦੀ ਪੜਤਾਲ ਦੇ ਹੁਕਮ ਦਿੱਤੇ। ਪੜਤਾਲ ਦੇ ਹੁਕਮ ਨਹੀਂ ਦਿੱਤੇ, ਇੱਕ ਜੱਜ ਨੂੰ ਨਿਯੁਕਤ ਕਰ ਦਿੱਤਾ ਵੀ ਤੁਸੀਂ ਪੂਰੀ ਡੂੰਘਾਈ ਤੱਕ ਜਾਓ ਤੇ ਤੇਜ਼ੀ ਨਾਲ ਇਸ ਮਾਮਲੇ ਨੂੰ ਨਿਪਟਾਓ। ਤੇ ਉਸ ਜੱਜ ਨੇ ਜੀ ਪਿਛਲੇ ਕਈ ਦਿਨਾਂ ਤੋਂ ਕੰਮ ਵੀ ਸ਼ੁਰੂ ਕਰਤਾ। ਅੱਛਾ ਜੀ, ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਸਾਡੇ ਤੇ ਖਬਰਾਂ ਆਈਆਂ ਨਹੀਂ ਅਜੇ ਤੱਕ। ਹੁਣ ਤੁਸੀਂ ਇਹ ਦੇਖੋ ਅਖਬਾਰਾਂ 'ਚ ਖਬਰਾਂ ਆ ਗਈਆਂ ਜੀ, ਤੇ ਤੜਕੇ ਤੋਂ ਲੈ ਕੇ ਹੱਥਨ ਤੱਕ ਮੰਦਰ ਮੋਦੀ ਹਿੰਦੂ ਮੁਸਲਮ ਜਿਹੜੇ ਬਣਾਉਣ ਵਾਲੇ ਸੀ, ਕੋਈ ਟੀਵੀ ਚੈਨਲ ਬੋਲਦਾ ਨਹੀਂ ਨਾ, ਕਿਸੇ ਸਭ ਨੂੰ ਸੱਪ ਸੁੰਘ ਗਿਆ। ਅੱਛਾ, ਅਗਲੀ ਗੱਲ ਜੀ, ਜੇ ਹੁਣ ਆਪਾਂ ਉੱਥੇ ਦੀ ਦੇਖੀਏ ਹਿਸਟਰੀ, ਉੱਥੇ ਜਿਹੜਾ ਉਸ ਵੇਲੇ ਜਿਹੜਾ ਰਾਸ਼ਟਰਪਤੀ ਸੀ ਜੀ, ਜਿਹਦੇ ਵੇਲੇ ਸਮਝੌਤਾ ਹੋਇਆ ਸੀ, ਉਸ ਰਾਸ਼ਟਰਪਤੀ ਤੋਂ ਪਹਿਲਾਂ ਜਿਹੜਾ ਰਾਸ਼ਟਰਪਤੀ ਸੀ ਉਹ ਤਾਂ ਜੇਲ੍ਹ ਕੱਟੀ ਜਾਂਦਾ। ਅੱਛਾ ਜੀ, ਉਹਦੇ ਤੇ ਮੁਕੱਦਮਾ ਚੱਲੀ ਜਾਂਦਾ। ਤੇ ਜਿਹੜਾ ਹੁਣ ਵਾਲਾ ਰਾਸ਼ਟਰਪਤੀ ਹੈ ਜੀ, ਇਹ ਉਸ ਰਾਸ਼ਟਰਪਤੀ ਦਾ ਸਹਾਇਕ ਹੁੰਦਾ ਸੀ। ਅੱਛਾ ਜੀ, ਉਹਨੇ ਡਿਮਾਂਡ ਉਹ ਕਰ ਲਈ ਵੀ ਪਹਿਲਾ ਰਾਸ਼ਟਰਪਤੀ ਵੀ ਤੇ ਆ ਉਹਦਾ ਸਹਾਇਕ ਵੀ, ਹੁਣ ਵਾਲਾ ਰਾਸ਼ਟਰਪਤੀ, ਇਹ ਸਾਰੇ ਇਸ ਸਕੈਂਡਲ ਦੇ ਵਿੱਚ ਇਨਵੋਲਵ ਹੈ। ਲਓ ਜੀ ਕਹਿੰਦੇ ਹੁਣ ਇਹਦੀ ਹੁਣ ਤੁਸੀਂ ਇਹਦਾ ਪੜਤਾਲ, ਹੁਣ ਪੜਤਾਲ ਹੋ ਰਹੀ ਹੈ ਉੱਥੇ, ਪੜਤਾਲ ਉੱਥੇ ਹੋ ਰਹੀ ਹੈ, ਮੁੜਕਾ ਇੱਥੇ ਤਾਂ ਅਜੇ ਤੱਕ ਤਾਂ ਇਹਨਾਂ ਨੂੰ ਕੁਝ ਹੈ ਨਹੀਂ ਨਾ। ਔਰ ਮੈਂ ਇੱਥੇ ਦੱਸ ਦੇਵਾਂ ਕਿ ਸਾਡੇ ਦੇਸ਼ ਦਾ ਇਹ ਨਹੀਂ ਵੀ ਭਾਰਤੀ ਜਨਤਾ ਪਾਰਟੀ ਵਾਲੇ ਹਾਲਤ ਹੋਈ ਹੈ। ਜਦੋਂ ਬੋਫਰਸ ਕਾਂਡ ਵਾਲਾ ਰੌਲਾ ਪਿਆ ਸੀ, ਉਹ ਰੌਲੇ ਦੀ ਜਿਹੜੀ ਹਨੇਰੀ ਹੈ ਉਹ ਵੀ ਸਵੀਡਨ 'ਚ ਉੱਠੀ ਸੀ। ਉਹ ਵੀ ਸਵੀਡਨ ਦੇ ਰੇਡੀਓ ਨੇ ਸਭ ਤੋਂ ਪਹਿਲਾਂ ਖਬਰ ਪ੍ਰਸਾਰਿਤ ਕੀਤੀ ਸੀ। ਫਿਰ ਉੱਥੋਂ ਖਬਰਾਂ ਸ਼ੁਰੂ ਹੋਈਆਂ ਸੀ ਤੇ ਹੁਣ ਵੀ ਜਿਹੜੀ ਆ ਮੀਡੀਆ ਪੋਰਟਲ ਜਿਹੜਾ ਇਹਨੇ ਸ਼ੁਰੂ ਕੀਤੀ ਜੀ। ਤੇ ਢਿੱਲੋਂ ਸਾਹਿਬ, ਉੱਤਰਾਖੰਡ ਦੀ ਵੀ ਸਿਆਸਤ ਜਿਹੜੀ ਹੈ ਆਪਾਂ ਕਾਂਗਰਸ ਦੀ ਕੀਤੀ, ਬਹੁਤਾ ਕੁਝ ਚੰਗਾ ਨਹੀਂ ਕਹਿੰਦੇ। ਚੰਗਾ ਤਾਂ ਬੀਜੇਪੀ 'ਚ ਵੀ ਬਹੁਤਾ ਕੁਝ ਨਹੀਂ। ਉੱਤਰਾਖੰਡ ਜਿਸ ਢੰਗ ਨਾਲ ਡੋਲਿਆ ਪਿਆ, ਮੁੱਖ ਮੰਤਰੀ ਬਹਿੰਦਾ ਮਗਰੋਂ ਕੁਰਸੀ ਤੇ ਛੱਡ ਕੇ ਐਂ ਭਜਦਾ ਜਿਵੇਂ ਕਹਿੰਦੇ ਭੌਣ ਤੇ ਬਹਿ ਗਿਆ ਹੁੰਦਾ। ਭਜਦਾ ਨਹੀਂ ਜੀ, ਭਜਾ ਦਿੰਦੇ ਲੋਕ। ਅੱਛਾ, ਗੱਲ ਤਾਂ ਇੱਕੋ ਹੀ ਹੈ ਨਾ, ਜਾਂ ਫਿਰ ਭੌਣ ਭਜਾ ਦਿੰਦਾ, ਕੀੜੇ ਭਜਾ ਦਿੰਦੇ। ਕੀੜੇ ਰਾਜ ਭਾਗ ਵਾਲੀ ਗੱਲ ਹੁੰਦੀ ਹੈ, ਉਹਦਾ ਕੀ ਹੁੰਦਾ ਹੈ? ਅਸਲ ਦੇ ਵਿੱਚ ਜੀ 4 ਸਾਲ ਇੱਥੇ ਰਿਹਾ ਜੀ ਮੁੱਖ ਮੰਤਰੀ ਤਰਵਿੰਦਰ ਸਿੰਘ ਰਾਵਤ। ਉਹ ਤੋਂ ਬਾਅਦ ਫਿਰ 10 ਮਾਰਚ ਨੂੰ ਹੁਣ ਚੱਲਦਾ ਥੋੜਾ, 10 ਮਾਰਚ ਨੂੰ ਬਣ ਗਿਆ ਸੀਗਾ ਤੀਰਥ ਸਿੰਘ ਰਾਵਤ। ਤੇ ਤੀਰਥ ਸਿੰਘ ਰਾਵਤ ਨੇ ਵੀ 3 ਦਿਨ ਪਹਿਲਾਂ ਅਸਤੀਫਾ ਦਿੱਤਾ ਜੀ। ਹੁਣ ਜਿਹੜੇ ਨਵੇਂ ਆ ਗਏ ਜੀ, ਉਹ ਆ ਗਏ ਪੁਸ਼ਕਰ ਸਿੰਘ ਧਾਮੀ। ਅੱਛਾ ਜੀ, 45 ਸਾਲਾਂ ਦਾ, ਦੂਜੀ ਵਾਰੀ ਬਣਿਆ MLA। ਮੇਰੇ ਹੁਣ ਉਹ ਗੱਲ ਯਾਦ ਆਉਂਦੀ ਹੈ ਜੀ, ਜਸਟਿਸ ਗੁਰਨਾਮ ਸਿੰਘ ਹੁੰਦਾ ਸੀਗਾ ਸਾਡੇ ਇੱਥੇ ਦਾ ਇੱਕ ਵਾਰੀ ਚੀਫ ਮਿਨਿਸਟਰ ਜੀ, ਤੇ ਉਹਦੀ ਸਰਕਾਰ ਜਿਹੜੀ ਹੈਗੀ ਆ ਉਹ ਟੁੱਟ ਗਈ। ਉਹ ਵਿੱਚੋਂ ਗਦਾਰੀ ਜੀ ਹੋ ਗਈ ਸੀ, ਕੋਈ ਬੰਦੇ ਚਲੇ ਗਏ ਸੀ, ਸ਼ਾਇਦ ਲక్ష్మణ ਸਿੰਘ ਗਿੱਲ ਨਹੀਂ ਕਰ ਰਹੀ ਸੀ। ਟੁੱਟਣ ਤੋਂ ਬਾਅਦ ਦੁਬਾਰਾ ਫਿਰ ਜਸਟਿਸ ਗੁਰਨਾਮ ਸਿੰਘ ਜਿਹੜਾ ਹੈਗਾ ਪਾਵਰ 'ਚ ਆਉਣ ਤੋਂ ਪਹਿਲਾਂ ਜੀ ਪੰਜਾਬ ਦੇ ਵਿੱਚ ਇੱਕ ਪਬਲਿਕ ਰਿਲੇਸ਼ਨ ਅਫਸਰ ਹੁੰਦਾ ਸੀ। ਹਾਂਜੀ,
ਤੇ ਪਬਲਿਕ ਰਿਲੇਸ਼ਨ ਅਫਸਰਾਂ ਦਾ ਤੁਹਾਨੂੰ ਪਤਾ ਵੀ ਕੰਮ ਕੀ ਹੁੰਦਾ ਹੈ। ਇਹਨਾਂ ਦਾ ਕੰਮ ਹੁੰਦਾ ਵੀ ਸਰਕਾਰ ਦੀ ਤੜਕੇ ਤੋਂ ਲੈ ਕੇ ਸ਼ਾਮ ਤੱਕ ਮਹਿਮਾ ਕਰਨੀ ਕੰਮ ਹੀ ਇਹਨਾਂ ਦਾ। ਹਾਂ, ਉਹ ਕੰਮ ਹੁੰਦੀ ਤੇ ਕਈ ਵਾਰੀ ਨਾ ਕਈ ਬੰਦੇ ਹੱਦਾਂ ਬੰਨੇ ਟੱਪ ਜਾਂਦੇ। ਹੁਣ ਤਾਂ ਬੜੇ ਸਿਆਣੇ ਅਫਸਰ ਹੈ ਇਸ ਵੇਲੇ ਪੰਜਾਬ ਦੀ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਵਿੱਚ, ਬਹੁਤ ਸਿਆਣੇ ਅਫਸਰ ਹੈ। ਮੈਨੂੰ ਯਾਦ ਆਇਆ ਜਦੋਂ 2007 ਵਾਲੀਆਂ ਚੋਣਾਂ ਹੋਈਆਂ, ਉਦੋਂ ਮੈਂ ਵੀ ਕਿਸੇ ਮਤਲਬ ਵੱਡੇ ਲੀਡਰ ਦੇ ਕੋਲੇ ਬੈਠਾ ਸੀ ਤੇ ਉਹਨੇ ਪਬਲਿਕ ਰਿਲੇਸ਼ਨ ਦੇ ਅਫਸਰਾਂ ਨੂੰ ਬੁਲਾਇਆ ਸੀ ਵੀ ਤੁਸੀਂ ਸਾਡੀ ਮਦਦ ਕਿਵੇਂ ਕਰੋਗੇ, ਤੇ ਉਹਨਾਂ ਨੇ ਰਿਫਿਊਜ਼ ਕਰਤਾ ਸੀ। ਅੱਛਾ ਜੀ। ਉਹ ਕਹਿੰਦੇ ਜੀ ਚੋਣ ਜਾਬਤਾ ਲੱਗ ਗਿਆ, ਅਸੀਂ ਨਹੀਂ ਹੁਣ ਤੁਹਾਡੀ ਕਰ ਸਕਦੇ, ਅਸੀਂ ਤਾਂ ਹੁਣ ਨਿਰਪੱਖ ਆਂਗੇ, ਤੁਹਾਡੀ ਕਰ ਲਈ ਜਿੰਨੀ ਦੇਰ ਸਰਕਾਰ ਕਰਨੀ ਸੀ। ਹਾਂ, ਦੂਆ ਸਲਾਮ ਕੱਲ ਨੂੰ ਤੁਹਾਡੀ ਹੈਗੀ ਫਿਰ ਉਹੀ ਕਰਾਂਗੇ, ਪਰ ਅਸੀਂ ਗਲਤ ਨਹੀਂ ਕੰਮ ਕਰ ਸਕਦੇ। ਲਓ ਜੀ, ਉਹ ਜਿਹੜੇ DPRO ਸਾਹਿਬ ਸੀ ਨਾ, ਲਛਮਣ ਸਿੰਘ ਗਿੱਲ ਆਏ, ਜਿਹੜੇ ਮੁੱਖ ਮੰਤਰੀ ਬਣ ਗਏ ਸੀ ਗੁਰਨਾਮ ਸਿੰਘ ਨੂੰ ਢਾਹ ਕੇ, ਤੇ ਉਹ ਫਿਰ ਗੱਲ ਕਰਨ ਲੱਗ ਗਏ ਵੀ ਕਿ ਸਰਕਾਰ ਕਿਵੇਂ ਆਈ ਜੀ ਤੇ ਸਰਕਾਰ ਗਈ ਕਿਵੇਂ। ਉਹਨੇ ਦਿੱਤੀ ਫਿਰ ਉਸ ਵੇਲੇ, ਅੱਜ ਨਵੀਂ ਪੀੜ੍ਹੀ ਨੂੰ ਤਾਂ ਨਹੀਂ ਪਤਾ, ਮਿਸਾਲ ਜਿਹੜੀ ਦਿੱਤੀ ਤੁਹਾਡੇ ਯਾਦ ਹੈ ਤੇ ਆਪਣੇ ਯਾਦ ਹੈ। ਪਹਿਲਾਂ ਸ਼ੁਰੂ ਦੇ ਵਿੱਚ ਜਦੋਂ ਬਰਾਤਾਂ ਜਾਂਦੀਆਂ ਹੁੰਦੀਆਂ ਸੀ ਨਾ, ਉਦੋਂ ਸਟੇਸ਼ਨ ਵੈਗਨਾਂ ਹੁੰਦੀਆਂ ਸੀ। ਹਾਂਜੀ, ਜਿਵੇਂ ਟਰੱਕ ਦੇ ਨਹੀਂ ਮੂਹਰੇ ਜੇ ਕੈਬਨ ਕੱਢਿਆ ਹੁੰਦਾ, ਅੱਗਾ ਟਰੱਕ ਦਾ, ਅੱਗਾ ਬੱਸ ਦਾ, ਪਿੱਛਾ ਟਰੱਕ ਦਾ। ਨਹੀਂ, ਉਹ ਦੂਜਾ ਟਰੱਕ ਜਿਹੜੇ ਡੰਡਾ ਮਾਰਕਾ, ਜਿਹਦੇ ਮੂਹਰੇ ਇੰਜਨ ਡੰਡਾ ਮਾਰਕਾ, ਇਵੇਂ ਜਿਵੇਂ ਹੁੰਦੀਆਂ ਸੀ ਸਟੇਸ਼ਨ ਵੈਗਨਾਂ ਦੀਆਂ। ਹਾਂਜੀ, 10 ਬੰਦੇ ਉਹਦੇ 'ਚ ਬਹਿ ਜਾਂਦੇ ਸੀ ਤੇ ਉਹਦੇ 'ਚ ਪਿੱਛੇ ਨਾ ਉਹ ਅੱਗ ਨਾਲ ਮਤਲਬ ਚਲਾਉਂਦੇ ਹੁੰਦੇ ਸੀਗੇ। ਕਹਿੰਦੇ ਜੀ ਸੜਕਾਂ ਹੁੰਦੀਆਂ ਨਹੀਂ ਸੀ, ਤੇ ਇੱਕ ਵਾਰੀ ਕੀ ਹੋਇਆ ਵੀ ਪਿੰਡ ਦੇ ਵਿੱਚੋਂ ਮਤਲਬ ਬਰਾਤ ਚੱਲ ਪਈ, ਤੇ ਬਰਾਤ ਚੱਲ ਪਈ ਨਹਿਰ ਜਾਈ ਜਾਣ, ਤੇ ਗਾਂਹ ਜਾ ਕੇ ਇੱਕ ਥਾਂ ਦੇ ਉੱਤੇ ਫਾਟਕ ਲੱਗਿਆ ਵਾ। ਕਹਿੰਦੇ ਆਨੰਦ ਕਾਰਜ ਤੋਂ ਲੇਟ ਹੁੰਦੇ, ਤੇ ਉਹਨਾਂ ਨੇ ਕਿਹਾ ਸੀਗਾ ਵੀ ਜੇ 12 ਵਜੇ ਤੋਂ ਲੇਟ ਹੋ ਗਏ ਤੇ ਭਾਈ ਅਸੀਂ ਆਨੰਦ ਕਾਰਜ ਨਹੀਂ ਦੇਣਾ, ਆਪਾਂ ਵਾਪਸ ਮੋੜਦੇ। ਉਹਨਾਂ ਨੇ ਆਲੇ ਦੁਆਲੇ ਕਿਸੇ ਨੇ ਪੁੱਛਿਆ, ਉਹ ਕਹਿੰਦੇ ਵੀ ਇਹ ਤਾਂ ਫਾਟਕ ਲੱਗਿਆ ਤੇ ਇੱਕ ਗਾਂਹ ਕੋਨਾ ਫਾਟਕ ਹੈ, ਇੱਥੋਂ ਦੀ ਤੁਸੀਂ ਐਂ ਮੋੜ ਲਓ ਤੇ ਗੱਡੀ ਐਂ ਕੱਢ ਲਓ। ਉਹਦੇ ਠੀਕ ਹੈ। ਉਹ ਮੇਰੇ ਵਰਗੇ ਨੇ ਰਾਤ ਨੂੰ ਦਾਰੂ ਪੀਤੀ ਸੀ ਵਾਲੀ, ਤੇ ਉਹਦੇ ਕੋਲੇ ਫੜੀ ਵੀ ਕਿਰਪਾਨ। ਉਹ ਪਛਾਣ ਨੂੰ ਕਹਿੰਦੇ ਉਹਨੂੰ ਵੀ ਤੂੰ ਵੇਖੀ ਉਹ ਯਾਰ ਗੱਡੀ ਪਿੱਛੇ ਕਰਾਈ। ਹੁਣ ਐ ਗੱਡੀ ਨੂੰ ਉਹਨੂੰ ਬੈਕ ਕਰਨਾ ਹੈ, ਘਾਟ ਬਣੀ ਹੁੰਦੀ ਹੈ, ਤੁਹਾਨੂੰ ਪਤਾ ਵੀ ਜਿੱਥੇ ਮਤਲਬ ਇਹ ਹੁੰਦਾ ਵੀ ਪਸ਼ੂਆਂ ਦੇ ਪਾਣੀ ਪੀਣ ਵਾਸਤੇ। ਤੇ ਉਹ ਜਦੋਂ ਘਾਟ ਕੋਲੇ ਖੜ ਗਿਆ, ਕਹਿੰਦਾ ਆਉਣ ਦੇ। ਉਹ ਕਹਿੰਦਾ ਗੱਡੀ ਦੇਖੀ, ਡਰਾਈਵਰ ਕਹਿੰਦਾ ਸ਼ੀਸ਼ੇ ਸ਼ੂਸ਼ੇ ਹੋਣ ਵਾਲੇ ਤਾਂ ਹੁੰਦੇ ਨਹੀਂ ਸੀ। ਉਹ ਕਹਿੰਦਾ ਹਾਂਜੀ, ਕਹਿੰਦਾ ਆਉਣ ਦੇ। ਉਹ ਜਦੋਂ ਆਉਣ ਦੇ ਕੀਤੀ, ਪਹਿਲਾਂ ਥੋੜੀ ਗਈ, ਤੇ ਜਦੋਂ ਦੋਨੇ ਟਾਇਰ ਥੱਲੇ ਨੂੰ ਲੱਗੇ ਤੇ ਉਹ ਕਹਿੰਦਾ ਰੋਕ ਲਾ। ਉਹ ਕਹਿੰਦਾ ਕੀ ਗੱਲ, ਕਹਿੰਦਾ ਜਾਂਦੀ ਹੈ, ਤੇ ਡਰਾਈਵਰ ਕਹਿੰਦਾ ਫਿਰ ਜਾਣ ਦੇ। ਜੇ ਕਹਿੰਦਾ ਪਹਿਲਾਂ ਤੇਰੀ ਐਡੀ ਅਕਲ ਸੀ ਤੈਨੂੰ, ਤੇ ਹੁਣ ਜੇ ਜਾਂਦੀ ਹੈ ਤਾਂ ਜਾਣ ਦੇ। ਦੇਖੀ ਜਾਓ ਗੱਡੀ ਵਿੱਚ ਡਿੱਗ ਪਈ ਉਹਦੇ, ਤੇ ਵਿੱਚੇ ਰਹਿ ਗਿਆ ਬਰਾਤ ਜਿਹੜਾ ਕਿਹੜਾ ਡੋਲਾ ਹੋਣਾ ਸੀ। ਫਿਰ ਉਹਨੇ ਤਫਸੀਲ ਦਿੱਤੀ ਵੀ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਐਂ ਆਈ ਸੀ ਤੇ ਉਵੇਂ ਬਰਾਤ ਵਾਲੀ ਜੰਨੂ ਗਈ। ਲਓ ਜੀ, ਬਰਾਤ ਵਾਲੀ ਗੱਡੀ ਨੂੰ ਗਈ। ਉਹ ਤੋਂ ਬਾਅਦ ਕੀ ਹੋਇਆ ਵੀ ਉਹ ਸਰਕਾਰ ਜੀ ਟੁੱਟ ਗਈ, ਦੁਬਾਰਾ ਫਿਰ ਚੋਣਾਂ ਹੋ ਗਈਆਂ, ਤੇ ਜਸਟਿਸ ਗੁਰਨਾਮ ਸਿੰਘ ਫਿਰ ਬਣ ਗਏ। ਫਿਰ ਉਸ DPRO ਸਾਹਿਬ ਸੱਦ ਲਏ, ਕਹਿੰਦਾ ਵੀ ਐਂ ਦੱਸ ਸਰਕਾਰ ਆਈ ਕਿਵੇਂ ਸੀ ਤੇ ਗਈ ਕਿਵੇਂ ਸੀ। ਉਹ ਕਹਿੰਦਾ ਮੋਤੀਆਂ ਵਾਲੀ ਸਰਕਾਰੇ ਹੁਣ ਫੇਰ ਆ ਗਈ, ਮੈਂ ਤਾਂ ਹੁਣ ਇੰਨੀ ਕੁ ਜੁਗ ਰਹੀ ਸੀ, ਹੁਣ ਮੈਂ ਫੇਰ ਉਹੀ ਕੁਛ ਕਰੀ ਜਾਊਂਗਾ, ਮੇਰਾ ਤਾਂ ਮਹਿਕਮਾ ਜਿਹੜਾ ਹੈਗਾ ਆਹੀ ਕੁਛ ਕਰਨਾ। ਉਹ ਨਾਲ ਜਿਹੜਾ ਬੈਠਾ ਸੀ ਜਸਟਿਸ ਗੁਰਨਾਮ ਸਿੰਘ ਦੇ, ਕਹਿੰਦਾ ਜੀ ਇਹਨੂੰ ਡਿਸਮਿਸ ਕਰ ਦਿਓ। ਉਹਦਾ ਨਹੀਂ, ਆਪਾਂ ਵੀ ਤਾਂ ਇਹੀ ਕੁਛ ਕਰਾਉਣਾ ਹੈ। ਹੁਣ ਉਹ ਹਾਲਤ ਉੱਥੇ ਦੀ ਹੋਈ ਹੈ ਵੀ ਸਰਕਾਰ ਉਹ ਬਰਾਤ ਵਾਲੀ ਜੰਨ ਨੂੰ ਆਪਣੀ ਜੰਨ ਵਾਲੀ ਬਰਾਤ ਨੂੰ ਮਤਲਬ ਉਸ ਤਰ੍ਹਾਂ ਡਿੱਗ ਪਈ। ਹੁਣ ਹੋਇਆ ਕੀ ਕਿ ਐਕਸਪੈਰੀਮੈਂਟ ਤਾਂ ਕਰ ਲਿਆ ਕਿ ਤਰਵਿੰਦਰ ਸਿੰਘ ਰਾਵਤ ਹਟਾ ਕੇ ਤੇ ਤੀਰਥ ਸਿੰਘ ਰਾਵਤ ਲਾ ਲਿਆ। ਤੀਰਥ ਸਿੰਘ ਰਾਵਤ ਨੇ ਜਿਹੜੀਆਂ ਖੱਟੀ ਹੈ, ਬਿਆਨ ਬੜੇ ਤਗੜੇ ਦਿੱਤੇ। ਬਿਆਨ ਪਹਿਲਾਂ ਤਾਂ ਕੁੜੀਆਂ ਬਾਰੇ ਦਿੱਤੇ, ਜਿਹੜੀਆਂ ਕੁੜੀਆਂ ਦੀ ਨਹੀਂ ਇੱਕ ਪੈਂਟ ਹੁੰਦੀ ਹੈ, ਕਿਹੜੀ ਕਹਿੰਦੇ ਉਹਨੂੰ, ਕੈਪਰੀ ਨਹੀਂ, ਆ ਜਿਹੜੀ ਆ ਗੋਡਿਆਂ ਤੋਂ ਥੋੜੀ ਜਿਹੀ ਇਹ ਜੀ ਕਹਿੰਦੇ ਬਹੁਤ ਮਾੜੀ ਗੱਲ ਹੈ, ਉਹਦੇ ਤੇ ਦਿੱਤਾ ਬਿਆਨ। ਫਿਰ ਜਿਹੜੀ ਸਭ ਤੋਂ ਮਾੜੀ ਗੱਲ ਕੀਤੀ ਕਿ ਜਦੋਂ ਸਾਰੀ ਦੁਨੀਆ ਦੇ ਵਿੱਚ ਇਹ ਆਈ ਸੀ ਵੀ ਭਾਈ ਕੱਟ-ਵੱਟ ਬਹੁਤੇ ਨਾ ਕਰੋ, ਕਰੋਨਾ ਵਾਇਰਸ ਫੈਲ ਸਕਦਾ ਹੈ, ਕੁੰਭ ਦੇ ਉੱਤੇ ਜੀ ਫਿਰ ਉਹਨਾਂ ਨੇ ਕੱਟ ਕਰਨੇ ਸ਼ੁਰੂ ਕਰਤੇ। ਉਹ ਕਹਿੰਦਾ ਵੀ ਕੁੰਭ ਵਾਲਾ ਇਸ਼ਨਾਨ ਜਿਹੜਾ ਹੈਗਾ ਨਾ, ਇਹ ਤਾਂ ਸਭ ਤੋਂ ਪਵਿੱਤਰ ਹੈ, ਇਹ ਤਾਂ ਕਹਿੰਦੇ ਕਰੋਨਾ ਰਹਿ ਨਹੀਂ ਸਕਦਾ। ਤੇ ਉੱਥੋਂ ਜਿਹੜਾ ਫਿਰ ਪ੍ਰਸ਼ਾਦ ਵੰਡਿਆ, ਉਹ ਪ੍ਰਸ਼ਾਦ ਸਾਰੇ ਮਤਲਬ ਮੇਰੇ ਖਿਆਲ ਉੱਤਰੀ ਭਾਰਤ ਫੈਲ ਗਿਆ ਸੀ। ਫਿਰ ਆ ਗਿਆ ਜੀ, ਕਹਿੰਦੇ ਹੁਣ 4 ਧਾਮ ਦੀ ਯਾਤਰਾ ਹੈ। 4 ਧਾਮ ਦੀ ਯਾਤਰਾ ਦੇ ਉੱਤੇ ਜਿਹੜੀ ਹੈ ਉੱਤਰਾਖੰਡ ਦੀ ਹਾਈ ਕੋਰਟ ਕਹਿੰਦੇ ਵੀ ਬੰਦ ਕਰੋ, ਇਹ ਨਾ ਕਰੋ, ਕੋਈ ਯਾਤਰਾ ਦੀ ਕੋਈ ਲੋੜ ਨਹੀਂ। ਉਹ ਕਹਿੰਦਾ ਮੈਂ ਤਾਂ ਕਰੂੰਗਾ, ਉਹ ਕਰ ਲਿਆ। ਮਤਲਬ ਹੈ ਵੀ ਉਹਨੇ ਸਾਰਾ ਜਿਹੜਾ ਕੁਛ ਕੀਤਾ ਕਰਾਇਆ, ਤੇ ਸੁਭਾਅ ਇਹੋ ਜਿਹਾ ਜਿਹਦੀ ਗੈਰ ਵਿਗਿਆਨਕ ਪਹੁੰਚ ਹੈ ਕਿ ਸਾਰਿਆਂ ਨਾਲ ਹੀ ਵਿਗਾੜ ਪਾ ਲਿਆ। ਅੱਛਾ, ਅਖੀਰ ਕਰਦਿਆਂ ਕਰਾਉਂਦਿਆਂ ਕੀ ਕਹਿੰਦੇ ਜੀ ਬਗਾਵਤ ਵਾਲੀ ਗੱਲ ਹੋ ਗਈ। ਦਿੱਲੀ ਸੱਦਿਆ ਉਹਨੂੰ, ਕਹਿੰਦੇ ਭਲੇ ਮਾਨਸਾ ਅੱਗੇ ਆ ਗਈ ਚੋਣ, ਤੇ ਕਿਰਪਾ ਕਰਕੇ ਤੂੰ ਹੁਣ ਜਾ। ਚਲੋ ਜੀ, ਉਹਨੇ ਅਸਤੀਫਾ ਦਿੱਤਾ, ਆ ਗਿਆ। ਆਹ ਬੰਦਾ ਜਿਹੜਾ ਹੁਣ ਲਾਇਆ, ਇਹ ਭਗਤ ਸਿੰਘ ਕੁਸ਼ਿਆਰੀ ਹੈ। ਪਹਿਲਾਂ ਮੁੱਖ ਮੰਤਰੀ ਹੁੰਦਾ ਸੀ, ਉਹ ਗਵਰਨਰ ਹੈ ਮੇਰਾ ਖਿਆਲ ਮਹਾਰਾਸ਼ਟਰ ਦਾ। ਉਹਦਾ ਚੇਲਾ ਬਾਲਕਾ ਹੈ, ਉਹਦਾ OSD ਰਿਹਾ ਸੀ, ਤੇ ਇਹਨੂੰ ਲਾਤਾ ਮੁੱਖ ਮੰਤਰੀ। ਹੁਣ ਅਗਲੀ ਗੱਲ ਆਉਂਦੀ ਹੈ ਕਿ ਮੁੱਖ ਮੰਤਰੀ ਤਾਂ ਲਾਤਾ, ਤੇ ਮੁੱਖ ਮੰਤਰੀ ਲੱਗਣ ਤੋਂ 3 ਮੁੱਖ ਮੰਤਰੀ ਬਦਲਤੇ ਜੀ। ਤੀਜਾ ਮੁੱਖ ਮੰਤਰੀ ਆ ਗਿਆ 6 ਮਹੀਨੇ 'ਚ। ਹੁਣ ਇਹਦੇ ਮੁੱਖ ਮੰਤਰੀ ਆਉਣ ਤੋਂ ਬਾਅਦ ਬਣੂਗਾ ਕੀ?
ਤੇ ਗੱਲ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਖਤਮ ਵੀ ਖਤਮ ਵੀ ਉੱਥੇ ਹੁੰਦੀ ਆ ਵੀ ਬੈਕ ਲੱਗ ਗਈ। ਨਾ ਜੀ ਬੈਕ ਨਹੀਂ ਲੱਗ ਗਈ, ਗੱਲ ਫੇਰ ਆਉਂਦੀ ਹੈ ਕਿ ਕਿਸਾਨ ਅੰਦੋਲਨ, ਹਾਂ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਇੱਕੋ ਚੀਜ਼ ਹੈ, ਇੱਕੋ ਹੀ ਚੀਜ਼ ਹੈ। ਉਹ ਮੈਂ ਪੜ੍ਹ ਰਿਹਾ ਸੀ ਊਧਮ ਸਿੰਘ ਨਗਰ, ਜਿੱਥੋਂ ਊਧਮ ਸਿੰਘ ਨਗਰ ਨੇ ਉਦਮੂਲ ਉਠਾਇਆ ਸੀ, ਉਦਮੂਲ ਉੱਥੇ ਉੱਠਦਾ ਹੈ। ਇਹ ਮੇਰਾ ਖਿਆਲ ਇਹ ਉਹੀ ਹੈ ਨਾ, ਕੀ ਇਹਨੂੰ ਕਹਿੰਦੇ ਤਰਾਈ ਏਰੀਆ ਦਾ, ਇਹਨੂੰ ਹੋਰ ਵੀ ਕਹਿੰਦੇ ਬਾਦਲ ਵਾਲਿਆਂ ਦੀ ਜ਼ਮੀਨ ਵੀ ਹੈ ਨਾ ਉੱਥੇ, ਰੁਦਰਪੁਰ ਵਗੈਰਾ। ਹਾਂ ਤੇ ਇਹ ਬਾਜਪੁਰ, ਰੁਦਰਪੁਰ, ਰਾਮਪੁਰ, ਬਾਜਪੁਰ ਸਰਦਾਰਾਂ ਦਾ ਇਲਾਕਾ ਹੈ, ਸਾਰਾ ਸਰਦਾਰਾਂ ਦਾ ਇਲਾਕਾ ਹੈ। ਤੇ ਜਿਹੜਾ ਇਸ ਵੇਲੇ ਗਾਜੀਪੁਰ ਵਾਲਾ ਅੰਦੋਲਨ ਹੈ, ਉਹ ਗਾਜੀਪੁਰ ਵਾਲੇ ਅੰਦੋਲਨ ਦੀ ਰੀੜ ਦੀ ਹੱਡੀ ਜਿਹੜੀ ਹੈਗੀ ਹੈ, ਇਹ ਸਾਰਾ ਉਹ ਇਲਾਕਾ ਹੈ। ਸੋ ਹੁਣ ਇਹ ਵੀ ਜਿੰਨੇ ਮਰਜ਼ੀ ਆਊਟਪੁੱਟ ਕਰ ਲੈਣ, ਕਹਾਣੀ ਤਾਂ ਫਿਰ ਉੱਥੇ ਆ ਕੇ ਆਉਂਦੀ ਹੈ ਕਿ ਜਿੰਨੀ ਦੇਰ ਤੱਕ ਕਿਸਾਨਾਂ ਨੂੰ ਸੰਤੁਸ਼ਟ ਨਹੀਂ ਕਰਦੇ ਜੀ ਜਾਂ ਉੱਤਰ ਪ੍ਰਦੇਸ਼ ਵੀ ਰਿਹਾ, ਤੇ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਹੁਣ ਇਹਨਾਂ ਨੇ ਕੀ ਕੀਤਾ ਕਿ 25% ਵੋਟ ਉੱਥੇ ਇਹਨਾਂ ਨੂੰ ਮਿਲ ਗਿਆ ਸੀ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ। 25% ਮਿਲ ਦੇ ਬਾਵਜੂਦ ਮਾਂ ਦੇ ਪੁੱਤਾਂ ਨੇ ਕੀ ਕੀਤਾ ਕਿ ਲੋਕਾਂ ਨੂੰ ਦੂਜਿਆਂ ਨੂੰ ਵੜਨ ਹੀ ਨਹੀਂ ਦਿੱਤਾ। ਅੱਛਾ, 75 ਦੇ ਵਿੱਚੋਂ 67 ਜ਼ਿਲ੍ਹਾ ਪ੍ਰੀਸ਼ਦਾਂ ਦੇ ਉੱਤੇ ਧੱਕੇ ਨਾਲ ਹੀ ਕਬਜ਼ਾ ਕਰ ਲਿਆ। ਆ ਜਿਵੇਂ ਪੰਜਾਬ ਵਾਲਾ ਹੀ ਕੰਮ ਆ, ਪੰਜਾਬ ਨਾਲੋਂ ਵੀ ਬੜਾ ਉੱਤੋਂ ਦੀ। ਪੰਜਾਬ ਦੇ ਵਿੱਚ ਤਾਂ ਨਹੀਂ ਉਹਨਾਂ ਕੁਛ ਹੁੰਦਾ ਜਿਹੜਾ ਉੱਥੇ ਹੋਇਆ। ਪੰਜਾਬ ਦੇ ਵਿੱਚ ਤਾਂ ਫਿਰ ਆਪਾਂ ਕਹਿੰਦੇ ਹਾਂ ਕਬੀਲਦਾਰ ਲੋਕ ਹੈ, ਉੱਥੇ ਤਾਂ ਇੱਕ ਸਾਧ ਹੈ, ਤੇ ਸਾਧ ਨੇ ਤਾਂ ਕੋਈ ਕੁਛ ਲੈਣਾ ਨਹੀਂ ਹੁੰਦਾ। ਤੇ ਜੇ ਸਾਧ ਦੇ ਰਾਜ ਭਾਗ ਦੇ ਵਿੱਚ ਕੁਛ ਹੋਇਆ ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਹੋਣ ਜਾ ਰਿਹਾ। ਪਰ ਇਹ ਜਿਹੜੀ ਹੈਗੇ ਪੰਚਾਇਤੀ ਚੋਣਾਂ ਹੁੰਦੀਆਂ ਸਟੇਟ ਨੇ ਕਰਾਉਣੀਆਂ ਹੁੰਦੀਆਂ, ਸਟੇਟ ਦਾ ਕਮਿਸ਼ਨ ਹੁੰਦਾ ਹੈ। ਇਲੈਕਸ਼ਨ ਕਮਿਸ਼ਨ ਦਾ ਹੁਣ ਨੈਸ਼ਨਲ ਲੈਵਲ ਦੇ ਉੱਤੇ ਵੀ ਇਹੋ ਜਿਹਾ ਹੀ ਹੋ ਗਿਆ। ਪਰ ਜਿਹੜੀਆਂ ਜਨਰਲ ਇਲੈਕਸ਼ਨਾਂ ਹੁੰਦੀਆਂ ਨਾ, ਜਨਰਲ ਇਲੈਕਸ਼ਨਾਂ ਦੇ ਵਿੱਚੋਂ ਕਹਿੰਦਾ ਨਾਈਆ ਵਾਲ ਕੇ ਡਿੱਗੇ ਕਹਿੰਦਾ ਮੂਰੇ ਡਿੱਗ ਪਏ। ਡਿੱਗਦੇ ਤਾਂ ਅਸਲ ਜਨਰਲ ਇਲੈਕਸ਼ਨਾਂ ਦੀ ਡਿੱਗਦੇ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਸ਼ੁਕਰੀਆ। ਤੇ ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ। ਤੇ ਫਿਲਹਾਲ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਡਾਕਟਰ ਸ਼ਿੰਦਰ ਕੌਰ ਹੋਰਾਂ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲ